ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀ। ਅਸੀਂ ਹਾਜ਼ਰ ਹਾਂ ਜਿਹਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਉਹ 7 ਤੋਂ 8 ਹੋਇਆ ਕਰਦਾ ਹੈ। ਔਰ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਕਮਿਊਨਿਟੀ ਲਈ ਔਰ ਸਮਾਜ ਲਈ ਕੋਈ ਅਥੈਂਟਿਕ ਔਰ ਅਵੇਅਰਨੈਸ ਵਾਲਾ ਜਿਹੜਾ ਪ੍ਰੋਗਰਾਮ ਹੈ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰ ਸਕੀਏ। ਔਰ ਇਸੇ ਕੋਸ਼ਿਸ਼ ਕਰਕੇ ਅਸੀਂ ਨਾਲ ਤੁਹਾਨੂੰ ਅਪੀਲ ਔਰ ਤਾਕੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ। ਔਰ ਸਾਡਾ ਨੰਬਰ ਜੋ ਸਟੂਡੀਓ ਦਾ ਹੈ 905 790 9099 ਹੈ। ਪ੍ਰੋਗਰਾਮ ਤੋਂ ਬਾਅਦ ਪ੍ਰੋਗਰਾਮ ਦੇ ਦੌਰਾਨ ਇਹੀ ਨੰਬਰ ਹੈ। ਇਸ ਦੇ ਨੰਬਰ ਉੱਪਰ ਕਾਲ ਕਰਕੇ ਤੁਸੀਂ ਆਪਣੇ ਸਵਾਲ ਸੁਝਾਅ ਜਾਂ ਕੋਈ ਤੁਸੀਂ ਜਾਣਕਾਰੀ ਕੋਈ ਸਾਂਝੀ ਕਰਨੀ ਚਾਹੁੰਦੇ ਆ ਸਾਡੇ ਤੱਕ ਇਸ ਮੰਚ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਤਾਂ ਵੀ ਇਹੀ ਨੰਬਰ ਹੈ 905 790 9099। ਔਰ ਸਕਰੀਨ ਦੇ ਉੱਪਰ ਵੀ ਇਹ ਨੰਬਰ ਫਲੈਸ਼ ਹੋ ਰਿਹਾ। ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਹਾਡੀ ਇੱਕ ਸੁਵਿਧਾ ਦੇ ਲਈ ਇਹ ਫੇਸਬੁੱਕ ਦੇ ਉੱਪਰ ਵੀ ਅਸੀਂ ਇਸ ਨੂੰ ਪ੍ਰਸਾਰਣ ਕਰਦੇ ਹਾਂ। ਲਾਈਵ ਜਿਹੜਾ ਟੈਲੀਕਾਸਟ ਹੁੰਦਾ ਹੈ ਉਹ ਫੇਸਬੁੱਕ ਦੇ ਉੱਪਰ ਵੀ ਹੁੰਦਾ ਹੈ। ਪਰ ਜੇ ਤੁਸੀਂ ਪ੍ਰੋਗਰਾਮ ਨੂੰ ਫੇਸਬੁੱਕ ਦੇ ਉੱਪਰ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਫੇਸਬੁੱਕ ਪੇਜ ਦੇ ਉੱਪਰ ਜਾਓ ਤੇ ਨਾਲ ਸਰਚ ਬਾਰ ਦੇ ਵਿੱਚ ਤੁਸੀਂ ਸਰਚ ਕਰਨਾ ਹੈ ਵਿਜ਼ਨ ਪੰਜਾਬ ਟੀਵੀ ਕੈਨੇਡਾ। ਉਹਦੇ ਉੱਪਰ ਜਦੋਂ ਸਰਚ ਕਰੋਗੇ ਕਲਿੱਕ ਕਰੋਗੇ ਤਾਂ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਓਪਨ ਹੋਣਗੇ। ਨਾਲ ਦੀ ਨਾਲ ਤੁਹਾਨੂੰ ਸਕਰੋਲ ਕੀਤਿਆਂ ਸਾਡਾ ਪ੍ਰੋਗਰਾਮ ਜਿਹੜਾ ਲਾਈਵ ਚੱਲ ਰਿਹਾ ਉਹ ਵੀ ਤੁਹਾਨੂੰ ਨਜ਼ਰ ਆ ਜਾਏਗਾ ਔਰ ਤੁਸੀਂ ਉਸ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਆ ਦੇਖ ਸਕਦੇ ਆ। ਔਰ ਕੋਸ਼ਿਸ਼ ਹਮੇਸ਼ਾ ਸਾਡੀ ਹੁੰਦੀ ਹੈ ਕਿ ਕੁਝ ਤਾਜ਼ਾ ਤਰੀਨ ਔਰ ਬਿਲਕੁਲ ਤਾਜ਼ਾ ਤਰੀਨ ਅਪਡੇਟ ਤੁਹਾਡੀ ਨਜ਼ਰ ਕੀਤੀ ਜਾਵੇ। ਨਵੇਂ ਮਹਿਮਾਨ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ, ਨਵੇਂ ਵਿਸ਼ੇ ਨਾਲ ਤੁਹਾਡੀ ਸਾਂਝ ਪਵਾਈ ਜਾਵੇ। ਇਸੇ ਕੋਸ਼ਿਸ਼ ਦੇ ਤਹਿਤ ਅਸੀਂ ਅੱਜ ਤੁਹਾਡੀ ਨਜ਼ਰ ਦੇ ਵਿੱਚ ਜਾਂ ਤੁਹਾਡੇ ਰੂਬਰੂ ਅਸੀਂ ਕਰ ਰਹੇ ਹਾਂ ਦੀਪਕ ਆਨੰਦ ਜੀ ਨੂੰ ਜੋ ਕਿ MPP ਨੇ। ਔਰ MPP ਹੋਣ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਹੈ ਕਿਉਂਕਿ ਮੈਂ ਖੁਦ ਚੰਗਾ ਭਲਾ ਇਹਨਾਂ ਦੇ ਨਾਲ ਵਿਚਰਦਾ ਔਰ ਪਿਛਲੇ ਸਮੇਂ ਤੋਂ ਬੇਸ਼ੱਕ ਇਹ ਜਾਣਦੇ ਨਾ ਹੋਣ ਪਰ ਸਾਨੂੰ ਪਤਾ ਹੈ ਕਿ ਅਸੀਂ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਇੱਕ ਰਿਸ਼ਤਾ ਬਣਾਇਆ ਹੋਇਆ, ਬਿਲਕੁਲ ਮੂਕ ਰਿਸ਼ਤਾ ਉਹ ਬਣਿਆ ਹੋਇਆ। ਔਰ ਬੜੇ ਚੰਗੇ ਇਨਸਾਨ ਨੇ। ਇਹਨਾਂ ਨਾਲ ਅੱਜ ਅਸੀਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਸਟੂਡੀਓ ਦੇ ਵਿੱਚ ਬਕਾਇਦਾ ਆਏ ਨੇ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੋਈ ਸੀ ਪ੍ਰੋਵਿੰਸ ਦੇ ਬਾਰੇ, ਓਨਟਾਰੀਓ ਦੇ ਬਾਰੇ, ਫੋਰਡ ਹੋਰਾਂ ਡਗ ਫੋਰਡ ਵੱਲੋਂ ਕਿ ਰੀਓਪਨਿੰਗ ਦਾ ਜਿਹੜਾ ਫੇਜ਼ 3 ਹੈ ਉਹਦੇ ਵਿੱਚ ਅਸੀਂ ਓਪਨ ਹੋਣ ਦੇ ਨਾਲ ਨਾਲ ਇੰਟਰ ਹੋਣ ਜਾ ਰਹੇ ਹਾਂ। ਸੋ ਅੱਜ ਅਸੀਂ ਰੀਓਪਨਿੰਗ ਦਾ ਜਿਹੜਾ ਫੇਜ਼ 3 ਰੀਓਪਨਿੰਗ ਹੋਣ ਜਾ ਰਹੀ ਹੈ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਮਤਲਬ ਕਿ 12:01 ਤੋਂ ਜਿਹੜੀ ਫੇਜ਼ 3 ਰੀਓਪਨਿੰਗ ਜਿਹੜੀ ਮੰਨੀ ਜਾਏਗੀ। ਹੁਣ ਇਹਦੇ ਵਿੱਚ ਕੀ ਓਪਨ ਹੋ ਰਿਹਾ, ਸਕੂਲਸ ਹੋ ਗਏ, ਸਿਨੇਮਾ ਹਾਲਸ ਹੋ ਗਏ, ਕਿਹੜੇ ਬਿਜ਼ਨਸ ਓਪਨ ਹੋ ਰਹੇ ਆ ਉਹਦੇ ਬਾਰੇ ਅੱਜ ਚਰਚਾ ਕਰਾਂਗੇ। ਔਰ ਦੂਜੀ ਗੱਲ ਇਹ ਹੈ ਕਿ ਸਾਡੇ ਪ੍ਰੋਵਿੰਸ ਦੇ ਵਿੱਚ ਜੇ ਓਨਟਾਰੀਓ ਦੀ ਗੱਲ ਕਰਾਂ ਖਾਸ ਕਰਕੇ ਟੋਰਾਂਟੋ GTA ਵਾਈਡ ਜਿਹੜੇ ਸਕੂਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਸਾਡੇ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਆ ਉਹਨਾਂ ਨੂੰ ਸਾਡੀ ਹੀ ਪ੍ਰੋਵਿੰਸ ਨੇ ਇੱਕ ਮਾਨਤਾ ਦਿੱਤੀ ਹੋਈ ਹੈ ਜਿਹਦੇ ਕਰਕੇ ਜਿਹੜੇ ਸਕੂਲ ਕਾਲਜਸ ਹੈ ਜਿਹੜੇ ਖਾਸ ਕਰਕੇ ਦੁਕਾਨਾਂ ਦਾ ਰੂਪ ਧਾਰਨ ਕਰ ਚੁੱਕੇ ਆ ਜਿਹਦੇ ਕਰਕੇ ਲੁੱਟ ਖਸੁੱਟ ਹੈ ਜਿਹੜੀ ਵਿਦਿਆਰਥੀਆਂ ਦੀ ਤਾਂ ਹੁੰਦੀ ਹੈ ਨਾਲ ਦੀ ਨਾਲ ਉਹਨਾਂ ਦਾ ਹਸ਼ਰ ਹੈ ਜਿਹੜਾ ਕਿਉਂਕਿ ਜੇ ਉਹ ਸਕੂਲਸ ਦੇ ਉੱਪਰ ਜਾਂ ਜਿਹੜੇ ਕਾਲਜਸ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਪ੍ਰੋਵਿੰਸ ਵੱਲੋਂ ਸਾਡੀ ਅੱਜ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਦੀਪਕ ਆਨੰਦ ਜੀ ਨੂੰ ਵੀ ਇਹ ਜਿਹੜੇ ਇਹਨਾਂ ਨੂੰ ਅਪਰੂਵਲ ਮਿਲੀ ਹੋਈ ਹੈ ਜਿਹਦੇ ਕਰਕੇ ਧੜ ਸਟੂਡੈਂਟ ਜਿਹੜੇ ਉੱਥੋਂ ਸੱਦੇ ਜਾ ਰਹੇ ਆ। ਇੱਥੇ ਉਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਨਹੀਂ ਹੈ ਔਰ ਇੱਥੇ ਆ ਕੇ ਫਿਰ ਜਦੋਂ ਇੱਕ ਹਜੂਮ ਜਿਹੜਾ ਵੱਡਾ ਇਕੱਠ ਪੈਦਾ ਹੋ ਜਾਂਦਾ ਹੈ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਔਰ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਆਪ ਵੀ ਔਰ ਜਿਹੜੇ ਇੱਥੋਂ ਦੇ ਪੱਕੇ ਵਸਨੀਕ ਆ ਜਾਂ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ। ਉਹਨਾਂ ਬਾਰੇ ਵੀ ਚਰਚਾ ਕਰਾਂਗੇ ਵੀ ਕੀ ਹੋ ਸਕਦਾ ਹੈ। ਫਿਰ ਮੈਰੂਆਨਾ ਜਿਹੜਾ ਅੱਜ ਵੀ 6 ਵਜੇ ਇੱਕ ਮੀਟਿੰਗ ਜਿਹੜੀ ਹੋਈ ਹੈ ਮੈਰੂਆਨਾ ਦੇ ਸੰਬੰਧਿਤ ਕਿ ਮੈਰੂਆਨਾ ਦੇ ਜਿਹੜੇ ਸਟੋਰਸ ਹੈ ਓਪਨ ਹੋਣ ਜਾਂ ਨਾ ਹੋਣ ਉਹਨਾਂ ਦਾ ਵਿਰੋਧ ਕਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਜਾਂ ਸੰਗਠਨ ਹੈ ਉਹਨਾਂ ਦਾ ਵੀ ਅਪਡੇਟ ਲਵਾਂਗੇ ਵੀ ਕੀ ਅਸਲ ਦੇ ਵਿੱਚ ਚੱਲ ਰਿਹਾ ਹੈ। ਆਓ ਫਿਰ ਕਰਦੇ ਹਾਂ ਦੀਪਕ ਆਨੰਦ ਜੀ ਦਾ ਸਵਾਗਤ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਰਮਨ ਜੀ ਬਹੁਤ ਬਹੁਤ ਸ਼ੁਕਰੀਆ। ਜਿਹੜੇ ਦੇਖ ਰਹੇ ਨੇ ਤੁਹਾਡੇ ਦਰਸ਼ਕ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣਾ ਕੀਮਤੀ ਸਮਾਂ ਲੈ ਕੇ ਉਹਨਾਂ ਤੱਕ ਉਹ ਇਨਫੋਰਮੇਸ਼ਨ ਪਹੁੰਚਾਉਂਦੇ ਹੋ ਜਿਹੜਾ ਕਿ ਸਾਡੀ ਰਿਸਪੌਂਸਿਬਿਲਿਟੀ ਹੈਗੀ ਹੈ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਗਰ ਅਸੀਂ ਕਿਸੇ ਵੀ ਰੈਜ਼ੀਡੈਂਟ ਤੱਕ ਪਹੁੰਚਣਾ ਚਾਹੁੰਦੇ ਹੈਗੇ ਤਾਂ ਦ ਬੈਸਟ ਵੇ ਟੂ ਡੂ ਇਜ਼ ਅ ਡੋਰ ਨੌਕਿੰਗ। ਜਦ ਅਸੀਂ ਕਿਸੇ ਵੀ ਡੋਰ ਨੌਕਿੰਗ ਕਰਦੇ ਹਾਂ 1 ਘੰਟੇ ਦੇ ਵਿੱਚ ਅਪਰੋਕਸੀਮੇਟਲੀ 10 ਘਰਾਂ ਨੂੰ ਅਸੀਂ ਡੋਰ ਨੌਕ ਕਰ ਲੈਂਦੇ ਹਾਂ। ਜਦ ਅਸੀਂ ਤੁਹਾਡੇ ਸਟੂਡੀਓ ਜਾਂਦੇ ਹੈਗੇ ਹਾਂ 1 ਘੰਟੇ 'ਚ ਅਸੀਂ 10 ਨਹੀਂ ਪਤਾ ਨਹੀਂ ਕਿੰਨੇ ਹਜ਼ਾਰਾਂ ਘਰਾਂ ਤੱਕ ਪਹੁੰਚ ਜਾਂਦੇ ਹੈਗੇ ਔਰ ਉਹ ਇਨਫੋਰਮੇਸ਼ਨ ਨੂੰ ਲੈ ਕੇ
distribute ਕਰ ਦਿੰਦੇ ਹੈਗੇ। So we can't thank you enough and our media partners for doing an incredible job, especially COVID-19 ਚ ਅਸੀਂ ਇਹ ਦੇਖਿਆ ਹੈਗਾ ਕਿ ਬਿਜ਼ਨੈਸਿਸ ਬੰਦ ਹੋਏ ਤੇ ਬਿਜ਼ਨੈਸਿਸ ਬੰਦ ਹੋਣ ਨਾਲ ਤੁਹਾਡੀ ਐਡਵਰਟਾਈਜ਼ਮੈਂਟਸ ਵੀ ਘਟੀਆਂ ਨੇ, ਤੁਹਾਡੇ ਐਕਸਪੈਂਸਿਸ ਨਹੀਂ ਘਟੇ, ਬਟ ਕੀਪਿੰਗ ਦੀ ਸੇਮ ਲੈਵਲ ਆਫ ਸਰਵਿਸ ਟੂ ਦ ਕਮਿਊਨਿਟੀ। ਐਂਡ ਆਈ ਥਿੰਕ ਐਂਡ ਆਈ ਫਰਮਲੀ ਬਿਲੀਵ ਕਿ ਤੁਸੀਂ ਇੱਕ ਬਹੁਤ ਅੱਛਾ ਐਜ਼ ਅ ਮੀਡੀਆ, ਨਾਟ ਜਸਟ ਯੂ ਬਟ ਐਵਰੀਵਨ ਇਨ ਦ ਮੀਡੀਆ, ਪੂਰੀ ਜਿਹੜੀ ਹੈਗੀ ਹੈ, ਦੇ ਹੈਵ ਡਨ ਐਨ ਇਨਕ੍ਰੈਡੀਬਲ ਜੌਬ। ਐਂਡ ਇਹੀ ਇੱਕ ਕਮਿਊਨਿਟੀ, ਆਪਾਂ ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਅਸੀਂ ਕਹਿੰਦੇ ਵੀ ਚੰਗੇ ਕੰਮ ਕਰਨੇ ਚਾਹੁੰਦੇ ਹੈਗੇ ਹਾਂ। ਸੋ ਚੰਗੇ ਕੰਮ ਕਰਨ ਦਾ ਮਤਲਬ ਖਾਲੀ ਇਹ ਨਹੀਂ ਕਿ ਕਿਸੇ ਦਾ ਗਾਰਬੇਜ ਚੱਕ ਲਿਆ ਜਾਂ ਕਿਸੇ ਨੂੰ ਰੋਟੀ ਪਹੁੰਚਾਤੀ। ਚੰਗੇ ਕੰਮ ਕਰਨ ਦਾ ਮਤਲਬ ਹੈਗਾ ਕਿ ਜਦ ਅਸੀਂ ਕਿੱਲਤ 'ਚ ਵੀ ਹੁੰਦੇ ਆ, ਪਰ ਕਿੱਲਤ ਨੂੰ ਅੱਖਾਂ ਬੰਦ ਕਰਕੇ ਦਿਲ ਦੀ ਸੁਣ ਕੇ ਕੰਟੀਨਿਊਸਲੀ ਉਹ ਕਰਦੇ ਆ ਜੋ ਕਿ ਕਮਿਊਨਿਟੀ ਦੀ ਸੇਵਾ ਵਾਸਤੇ ਜ਼ਰੂਰੀ ਹੈਗਾ, ਐਂਡ ਦੈਟ ਇਜ਼ ਅ ਕਮਿਊਨਿਟੀ ਸਰਵਿਸ। ਸੋ ਆਈ ਕੈਨਟ ਥੈਂਕ ਯੂ। ਸ਼ੁਕਰੀਆ ਤੁਹਾਡਾ ਔਰ ਤੁਹਾਡਾ ਬੜਪਨ ਹੈ। ਜਿਵੇਂ ਕਿ ਮੈਂ ਦਰਸ਼ਕਾਂ ਨੂੰ ਪਹਿਲਾਂ ਦੱਸ ਚੁੱਕਿਆ ਕਿ ਤੁਸੀਂ ਇਕੱਲੇ MPP ਨਹੀਂ ਹੈ, MPP ਹੋਣ ਦੇ ਨਾਤੇ ਇੱਕ ਚੰਗੇ ਇਨਸਾਨ ਵੀ ਆ, ਔਰ ਜਿਹਦੀ ਕਿ ਇਕੱਲੀ ਇੱਕ ਕੰਟਰੀ ਨਹੀਂ, ਸਾਰੀ ਕੰਟਰੀਆਂ ਨੂੰ, ਸਾਰੀ ਕਮਿਊਨਿਟੀ ਨੂੰ ਲੋੜ ਹੁੰਦੀ ਹੈ ਇੱਕ ਚੰਗੇ ਇਨਸਾਨ ਦੀ। MPP ਜਾਂ ਸੈਲੈਬ੍ਰਿਟੀ ਬਣਨਾ ਬਹੁਤ ਆਸਾਨ ਹੈ, ਬੰਦਾ ਬਣ ਜਾਂਦਾ, ਆਪਣੇ ਐਫਰਟਸ ਕਰੇ, ਕੋਸ਼ਿਸ਼ ਕਰੇ, ਬਣ ਜਾਂਦਾ, ਮਿਹਨਤ ਨਾਲ ਬਣ ਜਾਂਦਾ। ਲੇਕਿਨ ਇੱਕ ਚੰਗਾ ਇਨਸਾਨ ਹੋਣਾ ਔਰ ਚੰਗਾ ਇਨਸਾਨ ਬਣਨਾ, ਇਹ ਮੇਰੀ ਜਾਚੇ ਬੜੀ ਵੱਡੀ ਗੱਲ ਹੁੰਦੀ ਹੈ। ਔਰ ਤੁਸੀਂ ਉਸ ਪੋਜੀਸ਼ਨ ਔਰ ਉਸ ਇੱਕ ਟਾਈਟਲ ਨੂੰ ਤੁਸੀਂ ਬਣਾਇਆ ਹੋਇਆ, ਅਪਣਾਇਆ ਹੋਇਆ, ਔਰ ਤੁਸੀਂ ਮੇਨਟੇਨ ਵੀ ਰੱਖਿਆ ਹੋਇਆ। ਸੋ ਆਪਾਂ ਚਰਚਾ ਕਰਦੇ ਹਾਂ ਤਾਂ ਕਿ ਟਾਈਮ ਆਪਾਂ ਤੁਹਾਡਾ ਜ਼ਿਆਦਾ ਨਾ ਵੇਸਟ ਕਰੀਏ। ਰੀਓਪਨਿੰਗ ਹੋਣ ਜਾ ਰਹੀ ਹੈ ਦੀਪਕ ਜੀ, ਔਰ ਰੀਓਪਨਿੰਗ ਦੇ ਹੁੰਦੇ ਹੀ ਸਭ ਤੋਂ ਵੱਡਾ ਜਿਹੜਾ ਖਦਸ਼ਾ ਜਿਹੜਾ ਪੈਦਾ ਹੁੰਦਾ ਹੈ ਉਹ ਇਹ ਹੈ ਕਿ ਵੀ ਜਦੋਂ ਰੀਓਪਨਿੰਗ ਹੋਏਗੀ ਤਾਂ ਸਕੂਲ ਸਭ ਤੋਂ ਵੱਡੇ ਲੈਵਲ ਤੇ, ਜਾਂ ਸਭ ਤੋਂ ਸਾਰੇ ਸਾਡੇ ਦਰਸ਼ਕਾਂ ਦਾ ਜਿਹੜਾ ਫੋਕਸ ਹੈ ਸਕੂਲਸ ਦੇ ਉੱਪਰ ਹੈ। ਹੁਣ ਸਤੰਬਰ ਦੇ ਵਿੱਚ ਕਹਿੰਦੇ ਵੀ ਅਸੀਂ ਇਹਨਾਂ ਨੂੰ ਓਪਨ ਕਰਨਾ। ਸੋ ਮੇਰਾ ਸਵਾਲ ਇਹ ਆ ਕਿ ਵੀ ਜਿਹੜੇ ਸਕੂਲ ਤੁਸੀਂ ਓਪਨ ਕਰਨ ਜਾ ਰਹੇ ਆ, ਕੀ ਇਹਦੇ ਪੂਰੇ ਜ਼ਬਰਦਸਤ ਪ੍ਰੀਕਾਸ਼ਨ ਲਏ ਹੋਏ ਨੇ ਕੀ, ਔਰ ਉਸ ਤੋਂ ਬਾਅਦ ਕੀ ਸਕੂਲ ਨੂੰ ਸਤੰਬਰ ਦੇ ਵਿੱਚ ਓਪਨ ਕਰਨਾ ਖਤਰੇ ਤੋਂ ਖਾਲੀ ਨਹੀਂ ਹੋਏਗਾ? ਪਹਿਲੀ ਗੱਲ ਜੀ ਮੈਂ ਇਸ ਤਰੀਕੇ ਨਾਲ ਸ਼ੁਰੂ ਕਰਾਂਗਾ ਕਿ ਸ਼ੁਕਰ ਹੈ ਰੀਓਪਨਿੰਗ ਹੋਣ ਜਾ ਰਹੀ ਹੈ। ਜਦ ਆਪਾਂ ਨੂੰ ਪਤਾ ਲੱਗਿਆ ਸੀਗਾ ਕਿ ਜਿਹੜੀ ਰੀਓਪਨਿੰਗ ਕਾਫੀ ਜਗ੍ਹਾ ਦੇ ਉੱਤੇ ਤਾਂ ਪਹਿਲਾਂ ਹੋ ਚੁੱਕੀ ਸੀ, ਸਟੇਜ 3 ਦੇ ਲੋਕ ਆਪਣੇ ਪੀ ਰੀਜਨ, ਟੋਰਾਂਟੋ ਤੇ ਵਿੰਸਰ ਨੂੰ ਛੱਡ ਕੇ ਬਾਕੀ ਸਾਰੇ ਰੀਜਨ ਜਿਹੜੇ ਨੇ ਆਲਰੇਡੀ ਸਟੇਜ 3 'ਚ ਜਾ ਚੁੱਕੇ ਸੀ। ਔਰ ਇੱਕ ਕੋਈ ਰਿਵਾਰਡ ਸਿਸਟਮ ਨਹੀਂ ਸੀਗਾ, ਇੱਕ ਸੇਫਟੀ ਮੈਜਰ ਸੀਗਾ ਕਿ ਜਿਹੜੇ ਜਿਸ ਜਗ੍ਹਾ ਦੇ ਉੱਤੇ ਕੇਸਿਸ ਘੱਟ ਸੀਗੇ ਉਸ ਕੇਸ ਜਗ੍ਹਾ ਨੂੰ ਪਹਿਲਾਂ ਰੀਓਪਨ ਕੀਤਾ ਗਿਆ। ਦੇਖੋ ਐਟ ਦੀ ਐਂਡ ਆਫ ਦ ਡੇ, ਲੈਟਸ ਬੀ ਆਨੈਸਟ ਵਿਦ ਈਚ ਅਦਰ, ਦੇयर ਵਿਲ ਬੀ ਅ ਡੇ ਵੈਨ ਵੀ ਵਿਲ ਗੋ ਬੈਕ ਟੂ ਨਿਊ ਨਾਰਮਲ। ਹੋ ਸਕਦਾ ਨਵਾਂ ਨਾਰਮਲ ਹੋਵੇ, ਹੋ ਸਕਦਾ ਉਸ ਤਰ੍ਹਾਂ ਦੀ ਲਾਈਫ ਨਾ ਹੋਵੇ ਜਿਹੜੀ ਪਹਿਲਾਂ ਸੀਗੀ, ਪਰ ਇੱਕ ਦਿਨ ਇਹੋ ਜਿਹਾ ਜ਼ਰੂਰ ਆਉਣਾ ਹੈ ਕਿ ਜਦ ਆਪਾਂ ਉਹ ਸਾਰਾ ਕੁਝ ਖੋਲਾਂਗੇ। ਬਿਲਕੁਲ, ਔਰ ਅਸੀਂ ਚਾਹੁੰਦੇ ਨਹੀਂ ਹੈਗੇ, ਆਲ ਆਫ ਅਸ ਵਾਂਟ ਇਟ ਜੀ, ਠੀਕ ਹੈ, ਬਟ ਵੀ ਹੈਵ ਟੂ ਡੂ ਇਟ ਵਿਦ ਪ੍ਰੀਕਾਸ਼ਨ ਐਂਡ ਦੈਟਸ ਵਾਟ ਵੀ ਡਿਡ। ਕਿ ਸਟੇਜ ਅਪਰੋਚ, ਰੀਜਨਲ ਅਪਰੋਚ ਲਈ ਜਿੱਥੇ ਕੇਸਿਸ ਘੱਟ ਸੀ ਉਹਨਾਂ ਨੂੰ ਪਹਿਲਾਂ ਖੋਲ੍ਹਿਆ ਗਿਆ, ਜਿੱਥੇ ਕੇਸਿਸ ਜ਼ਿਆਦਾ ਸੀ ਜੀ ਮੈਂ ਹੱਸ ਕੇ ਕਹਿੰਦਾ ਹੁੰਦਾ, ਮੈਂ ਕਹਿੰਦਾ ਹੁੰਦਾ ਕਿ ਦੇਖੋ ਸਾਡਾ ਪੀਰ ਰੀਜਨ ਇੱਕ ਇਹੋ ਜਿਹੀ ਜਗ੍ਹਾ ਦੇ ਉੱਤੇ ਹੈਗੀ ਜਿਸ 'ਚ ਨੰਬਰ 1 ਆਇਆ ਹੈਗਾ, ਪਰ ਇਹ ਨੰਬਰ 1 ਆਉਣਾ ਸਾਡੇ ਲਈ ਕੋਈ ਬਹੁਤ ਹੀ ਕੋਈ ਵੱਡੀ ਵਡਿਆਈ ਵਾਲੀ ਗੱਲ ਨਹੀਂ ਹੈਗੀ। ਸੋ ਬਟ ਥੈਂਕ ਗॉड, ਸ਼ੁਕਰ ਹੈ ਕਿ ਅੱਜ ਪੀ ਰੀਜਨ ਖੁੱਲ ਰਿਹਾ ਹੈਗਾ। ਵਿੰਸਰ ਐਸੈਟਸ ਹਲੇ ਵੀ ਫੇਜ਼ 3 ਦੇ ਵਿੱਚ ਅਸੀਂ ਐਂਟਰ ਹੋਣ ਜਾ ਰਹੇ ਹਾਂ। ਸੋ ਤੁਹਾਡਾ ਕੁਐਸਚਨ ਸੀਗਾ ਵਿਦ ਰਿਸਪੈਕਟ ਟੂ ਦ ਸਕੂਲ। ਦੇਖੋ ਸਕੂਲ ਜਿਹੜੇ ਨੇ ਖਾਲੀ ਉੱਥੇ ਜਾ ਕੇ ਬੱਚਿਆਂ ਨੂੰ ਐਜੂਕੇਸ਼ਨ ਹੀ ਨਹੀਂ ਮਿਲਦੀ, ਉੱਥੇ ਸੋਸ਼ਲ ਸਕਿੱਲ ਵੀ ਮਿਲਦੇ ਨੇ। ਬਿਲਕੁਲ, ਉੱਥੇ ਜਿਹੜੀ ਬੱਚੇ ਆਪਸ 'ਚ ਇੰਟਰਮਿਕਸ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਹੈਗਾ ਟੀਮ ਵਰਕ 'ਚ ਕੰਮ ਕਰਨਾ ਹੈਗਾ, ਉਹ ਕਿਵੇਂ ਕੀਤਾ ਜਾ ਸਕਦਾ ਹੈਗਾ। ਦੋਜ਼ ਇੰਪੋਰਟੈਂਟ ਸਕਿੱਲਸ ਆਰ ਆਲਸੋ ਲਰਨਡ ਐਟ ਦ ਸਕੂਲ। ਡਿਸਿਪਲਿਨ ਰੱਖਣਾ, ਉਹ ਕਿਵੇਂ ਰੱਖਣਾ ਹੈ, ਵੀ ਸਕੂਲ 'ਚ ਸਿੱਖਿਆ ਜਾਂਦਾ ਹੈਗਾ। ਸੋ ਸਕੂਲ ਜਾਣਾ ਇੱਕ ਇੰਪੋਰਟੈਂਟ ਹਿੱਸਾ ਹੈਗਾ। ਕੁਝ ਪੇਰੈਂਟਸ ਇਹੋ ਜਿਹੇ ਨੇ ਜਿਹਨੇ ਦੋਨੋਂ ਹਸਬੈਂਡ ਵਾਈਫ ਨੇ, ਉਹ 9 to 5 ਦੀ ਜੌਬ ਕਰਦੇ ਨੇ ਆਫਿਸ ਦੇ ਵਿੱਚ, ਉਹਨਾਂ ਵਾਸਤੇ ਵੀ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਪੀਸ ਆਫ ਮਾਈਂਡ ਹੋਵੇ। ਇਹ ਨਹੀਂ ਕਿ ਅਗਰ ਹੋ ਸਕਦਾ ਚਾਈਲਡ ਕੇਅਰ 'ਚ ਰੱਖ ਸਕਦੇ ਹਾਂ, ਪੇਰੈਂਟ ਆਪਣੇ ਗ੍ਰੈਂਡ ਪੇਰੈਂਟਸ ਕੋਲ ਵੀ ਰੱਖ ਸਕਦੇ ਹਾਂ ਬੱਚੇ ਨੂੰ, ਪਰ ਜਦ ਉਹ ਸਕੂਲ 'ਚ ਭੇਜਦੇ ਉਹਨਾਂ ਨੂੰ ਪੀਸ ਆਫ ਮਾਈਂਡ ਹੁੰਦੀ ਹੈ ਕਿ ਬੱਚਾ ਸੇਫ ਜਗ੍ਹਾ ਤੇ ਬੱਚਾ ਸਿੱਖ ਰਿਹਾ। ਕਈ ਵਾਰ ਆਪਾਂ ਨੂੰ ਇਹ ਹੋ ਜਾਂਦੀ ਹੈਗੀ ਕਿ ਅਗਰ ਆਪਾਂ ਗ੍ਰੈਂਡ ਪੇਰੈਂਟਸ ਨੂੰ ਰੱਖ ਲੈਂਦੇ ਹਾਂ, ਗ੍ਰੈਂਡ ਪੇਰੈਂਟਸ ਮੰਨ ਲਓ ਆਪਣੇ ਬੈਕ ਹੋਮ ਤੋਂ ਆਏ ਹੋਏ ਨੇ, they are not well conversed with the English, they don't understand the curriculum, they may not be able to help the child। तो ਉੱਥੇ ਇੱਕ ਹੁੰਦਾ ਹੈ। ਸੋ ਐਟ ਦੀ ਐਂਡ ਆਫ ਦ ਡੇ ਅਗਰ ਆਪਾਂ ਪੂਰੀ ਚੀਜ਼ ਨੂੰ ਦੇਖੀਏ,
ਇਹ ਸਾਡੇ ਲਈ ਇੰਪੋਰਟੈਂਟ ਹੈਗਾ ਕਿ ਸਾਡੇ ਬੱਚੇ ਸਕੂਲ ਜਾਣ। ਬਿਲਕੁਲ, ਪਰ ਮਾਫ ਕਰਨਾ ਤੁਹਾਡੀ ਗੱਲ ਮੈਂ ਵਿੱਚ ਕੱਟ ਰਿਹਾ, ਲੇਕਿਨ ਸਕੂਲ ਦਾ ਰੀਓਪਨ ਹੋਣਾ ਸਾਰਿਆਂ ਲਈ ਇੱਕ ਖੁਸ਼ੀ ਵਾਲੀ ਵੀ ਗੱਲ ਹੈ ਔਰ ਅਸੀਂ ਸਕੂਨ ਮੰਨਦੇ ਹਾਂ ਕਿ ਵੀ ਸਾਡੇ ਬੱਚੇ ਦੁਬਾਰਾ ਸਕੂਲ ਜਾਣ। ਲੇਕਿਨ ਦੀਪਕ ਜੀ, ਕੀ ਤੁਹਾਡਾ ਕੀ ਓਪੀਨੀਅਨ ਹੈ, ਤੁਹਾਡਾ ਵਿਚਾਰ ਕੀ ਹੈ ਕਿ ਜਦੋਂ ਬੱਚੇ ਸਕੂਲ ਜਾਣਗੇ ਔਰ ਦੂਜੇ ਪਾਸੇ ਸਾਡੇ ਨਾਲ ਖਤਰਾ ਇਹ ਬਣਿਆ ਹੋਇਆ ਕਿ ਸੈਕੰਡ ਵੇਵ ਵੀ ਆਉਣ ਦੇ ਚਾਂਸਸ ਹੈ, ਔਰ ਸੈਕੰਡ ਵੇਵ ਆਉਣ ਦੇ ਚਾਂਸਸ ਹੈ ਤਾਂ ਸਕੂਲ ਸਤੰਬਰ ਦੇ ਵਿੱਚ ਓਪਨ ਹੋਣ ਜਾ ਰਿਹਾ, ਔਰ ਜੇ ਅਸੀਂ ਨਾਲ ਗੁਆਂਢੀ ਦੇਸ਼ ਜਿਹੜਾ ਸਾਡਾ ਅਮਰੀਕਾ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੀਆਂ ਕੰਟਰੀਜ਼ ਹੈ ਜਿੱਥੇ ਕਿ ਇਹ ਹਰ ਰੋਜ਼ ਵਾਂਗੂ ਹੀ ਨਿਊਜ਼ ਜਿਹੜੀ ਹੈ ਸਾਨੂੰ ਸਾਡੇ ਨਸ਼ਰ ਹੁੰਦੀ ਹੈ ਕਿ ਵੀ ਸੈਕੰਡ ਵੇਵ ਆਉਣ ਦੇ ਜਿਹੜੇ ਚਾਂਸਸ ਜਿਹੜੇ ਵਧੇ ਹੋਏ ਆ, ਔਰ ਸਤੰਬਰ ਦੇ ਵਿੱਚ ਜੇ ਸਾਡੇ ਪ੍ਰੋਵਿੰਸ ਦੇ ਵਿੱਚ ਓਨਟਾਰੀਓ ਦੇ ਵਿੱਚ ਜੇ ਰੀਓਪਨਿੰਗ ਸਕੂਲਸ ਦੀ ਹੋ ਰਹੀ ਆ, ਮੈਨੂੰ ਨਹੀਂ ਪਤਾ ਵੀ ਸਕੈਂਡਰੀ ਜਾਂ ਉਹਦੇ ਬਾਰੇ ਮੈਂ ਸਵਾਲ ਪੁੱਛਣਾ ਚਾਹਣਾ, ਉਹ ਸਾਰੇ ਦੇ ਸਾਰੇ ਖੁੱਲ ਰਹੇ ਆ, ਕਾਲਜਸ ਖੁੱਲ ਰਹੇ ਆ, ਉਹ ਵੀ ਆਪਾਂ ਪੁੱਛਾਂਗੇ ਤੁਹਾਡੇ ਤੋਂ। ਲੇਕਿਨ ਸੈਕੰਡ ਵੇਵ ਦੇ ਵੀ ਜਿਹੜੇ ਬਹੁਤ ਜ਼ਿਆਦਾ ਖਤਰੇ ਬਣੇ ਹੋਏ ਆ, ਦੂਜੇ ਪਾਸੇ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਇਸ ਦਾ ਵਿਰੋਧ ਵੀ ਕਰ ਰਹੇ ਆ ਕਿ ਵੀ ਹਲੇ ਸਕੂਲ ਨੂੰ ਓਪਨ ਨਾ ਕਰਨ ਦਾ ਫੈਸਲਾ ਜਾਂ ਕਰਨ ਦਾ ਓਪਨ ਕਰਨ ਦਾ ਫੈਸਲਾ ਇਹ ਕਿੰਨਾ ਕੁ ਹਜੇ ਸੰਭਾਵੀ ਹੈ। ਬਿਲਕੁਲ ਰਮਨ ਜੀ, ਸੋ ਲੈਟਸ ਗੋ ਵਿਦ ਵਨ ਬਾਈ ਵਨ। ਪਹਿਲੀ ਗੱਲ ਜਿਹੜੀ ਤੁਹਾਡੀ ਕੁਐਸਚਨ ਸੀਗਾ ਕਿ ਸਕੂਲ ਜਿਹੜੇ ਖੁੱਲ ਰਹੇ ਨੇ ਉਹਦੇ ਵਿੱਚ ਕੀ ਕੇਅਰ ਕੀਤੀ ਗਈ ਹੈ। ਸੋ ਜਿਵੇਂ ਕਿ ਆਪਾਂ ਨੂੰ ਪਤਾ ਕਿ ਪਿਛਲੇ ਹਫਤੇ ਹੀ ਸਾਡੇ GSMs ਰਿਲੀਜ਼ ਹੋਏ ਨੇ, ਮਤਲਬ ਜਿਹੜੀ ਫੰਡਿੰਗ ਹੈਗੀ ਹੈ ਉਹਦੇ ਵਿੱਚ ਆਲਮੋਸਟ $750 ਮਿਲੀਅਨ ਐਡੀਸ਼ਨਲ ਦਿੱਤੇ ਗਏ ਨੇ ਐਸ ਕੰਪੇਅਰ ਟੂ ਦ ਲਾਸਟ ਈਅਰ। ਪਲੱਸ ਉਸ ਤੋਂ ਇਲਾਵਾ 309 ਮਿਲੀਅਨ ਜਿਹੜੇ ਨੇ कोविड ਦੇ ਕਰ ਮਤਲਬ ਸੇਫ ਸਕੂਲ ਖੁੱਲਣ ਔਰ ਕੋਈ ਪਰੇਸ਼ਾਨੀ ਨਾ ਹੋਵੇ। ਆਈ ਵੋਂਟ ਸੇ ਕੋਈ ਪਰੇਸ਼ਾਨੀ, ਘੱਟ ਤੋਂ ਘੱਟ ਪਰੇਸ਼ਾਨੀ ਹੋਵੇ, ਵੁੱਡ ਬੀ ਅ ਬੈਟਰ ਵਰਡ ਟੂ ਸੇ। ਤੇ ਉਹਦੇ ਵਿੱਚ ਮੈਂ ਤੁਹਾਨੂੰ ਆਈ ਵਿਲ ਰੀਡ ਇਟ ਆਊਟ ਫॉर ਯੂ ਕਿ $60 ਮਿਲੀਅਨ ਜਿਹੜੇ ਨੇ ਮੈਡੀਕਲ ਮਾਸਕ, ਅੱਛਾ, $60 ਮਿਲੀਅਨ will be spent on medical. I will read these papers with you. $60 million will be for the medical mask. जी. $30 million will be related to the supervision, ताकि क्लासां में छोटा किया जा सके। आपने क्लास साइज है जिਵੇਂ कि grade 9 12 ਦੀ ਗੱਲ ਕਰੀਏ ਉਹਦੇ ਵਿੱਚ 15 ਬੱਚੇ ਤੋਂ ਜ਼ਿਆਦਾ ਨਹੀਂ ਹੋਣ, ਪਰ ਨਾਲ ਦੀ ਨਾਲ ਜਿਹੜੇ ਅਧਿਆਪਕਾਂ ਦਾ ਸਟਾਫ ਹੋਏਗਾ ਉਹਦੇ ਵਿੱਚ ਵੀ ਇਜ਼ਾਫਾ ਕਰਨ। ਉਹ देयर इज अ प्रोसेस इन प्लेस ਜਿਹੜੇ ਆਪਣੇ ਸਕੂਲ ਬੋਰਡਸ ਨਾਲ ਡਿਸਕਸ਼ਨ ਚੱਲ ਰਹੀ ਹੈ ਜਿਹੜੇ ਕਿ ਵੱਡੇ ਸਕੂਲ ਬੋਰਡ ਨੇ। ਮੈਂ ਆਈ ਵਿਲ ਐਕਸਪਲੇਨ ਯੂ ਹਾਊ ਵੀ ਕੈਨ ਰੀਚ ਦੈਟ 15 ਨੰਬਰ ਜਿਹੜਾ ਹੈਗਾ ਜੀ। ਅਗੇਨ ਜਿਹੜਾ ਪ੍ਰੋਵਿੰਸ ਨੇ ਕਿਹਾ ਹੈਗਾ ਕਿ ਵੀ we are going to work with the school board. At the end of the day, school board will have flexibility because school board knows. जी. अगर आप डिजिटल सिस्टम करिए, मिनिस्ट्री होगी, मिनिस्ट्री थले स्कूल बोर्ड हो गया, स्कूल बोर्ड थले स्कूल हो गया जी। So the school knows कि ਉਹਦੇ ਕਿੰਨੇ ਟੀਚਰ ਨੇ, ਕਿੰਨੇ ਸਟੂਡੈਂਟਸ ਨੇ, ਕਿੰਨੀ ਸਪੇਸ ਹੈਗੀ ਹੈ। So we will give them the flexibility to adapt to it. ਜੀ। ਪਰ ਕੁਝ ਜਿਹੜੀ ਗਾਈਡਲਾਈਨ ਦਿੱਤੀ ਜਾ ਰਹੀ ਹੈ ਜਿਵੇਂ ਕਿ ਆਪਾਂ 9 ਤੋਂ 12 ਦੀ ਕਲਾਸ ਦੀ ਗੱਲ ਕਰੀਏ ਉਹਦੇ ਵਿੱਚ 15 ਤੋਂ ਜ਼ਿਆਦਾ ਬੱਚੇ ਨਹੀਂ ਹੋਣਗੇ। ਉਹ ਫਿਰ ਉਹਨਾਂ ਕੋਲ ਕਈ ਮਾਡਲ ਹੋ ਸਕਦੇ ਨੇ, ਜਿਵੇਂ ਉਹਨਾਂ ਕੋਲ ਜਿਮ ਹੈਗਾ, ਬੱਚਾ ਰੋਜ਼ ਆਵੇਗਾ 5 days ਤੇ instead of having 4 classes in a day they have 2 courses studied ਜੀ। तो ਅੱਜ 2 ਸਟੱਡੀ ਕੀਤੇ। ਜਿਹੜੇ ਐਕਸੈਸ ਬੱਚੇ ਨੇ ਉਹ ਜਿਮ ਦੇ ਵਿੱਚ ਐਟ ਅ ਸੋਸ਼ਲ ਡਿਸਟੈਂਸਿੰਗ ਬੈਠ ਕੇ ਪੜ੍ਹਨਗੇ। ਟੀਚਰ ਵਿਲ ਬੀ ਅਵੇਲੇਬਲ, ਸੁਪਰਵਾਈਜ਼ਰ ਵਿਲ ਬੀ ਅਵੇਲੇਬਲ, ਮਤਲਬ ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਸਾਰਾ ਜੋ ਵੀ ਐਕਟੀਵਿਟੀ ਕਰਨਗੇ ਨਹੀਂ ਪੜ੍ਹਨਗੇ। ਅੱਛਾ, ਮਤਲਬ ਉਹ ਜਿਮ ਦੇ ਵਿੱਚ ਵੀ ਜਿਮ ਇਜ਼ ਜਿਮ ਜਾਂ ਫਿਰ ਜਿਹੜਾ ਆਪਣਾ ਥੀਏਟਰ ਹੁੰਦਾ ਹੈ ਇੱਕ ਓਪਨ ਸਪੇਸ ਹੈਗਾ ਤਾਂ ਉਹਦੇ ਵਿੱਚ ਡੈਸਕ ਲੱਗੇ ਹੋਣਗੇ, ਉਹਦੇ ਵਿੱਚ ਚੇਅਰ ਲੱਗੀ ਹੋਣਗੀ, ਉੱਥੇ ਬੈਠ ਕੇ ਪੜ੍ਹਨਗੇ। ਠੀਕ ਹੈ ਨਾ। ਸੋ ਦਿਸ ਇਜ਼ ਵਨ ਵੇ ਆਫ ਡੂਇੰਗ ਇਟ। ਉਸ ਤੋਂ ਇਲਾਵਾ ਕੁਝ ਬੱਚੇ ਅਗਰ ਉਹ ਚਾਹਣਗੇ ਕਿ ਵੀ ਕੈਨ ਵਾਂਟ ਟੂ ਸਟੱਡੀ ਫਰਮ ਹੋਮ ਜੀ, ਉਹਨਾਂ ਨੂੰ ਅਵੇਲੇਬਲ ਹੋਏਗੀ ਰਿਸੋਰਸ ਕੀ ਹੋਵੇ। ਅੱਛਾ, ਮਤਲਬ ਉਹ ਜੇ ਕੋਈ ਬੱਚਾ ਚਾਹੁੰਦਾ ਹੈ ਜਾਂ ਪੇਰੈਂਟਸ ਚਾਹੁੰਦੇ ਆ ਕਿ ਸਾਡਾ ਬੱਚਾ ਘਰੇ ਆਨਲਾਈਨ ਸਟੱਡੀ ਕਰ ਲਵੇ, ਬਿਲਕੁਲ ਜੀ, ਤੇ ਉਹ ਵੀ ਜਿਹੜੀ ਸੁਵਿਧਾ ਦਿੱਤੀ ਜਾਏਗੀ। ਬਿਲਕੁਲ ਦਿੱਤੀ ਜਾਏਗੀ। ਔਰ ਉਹਨੂੰ ਸਿੰਕਰਨਸ ਲਰਨਿੰਗ ਕਹਿੰਦੇ ਨੇ। ਉਹ ਹੁੰਦਾ ਹੈਗਾ ਕਿ ਵੀ ਬੱਚੇ ਨੂੰ ਜਿਹੜਾ ਆਨਲਾਈਨ ਕੋਰਸ ਦੱਸਿਆ ਜਾਏਗਾ, ਅੱਜ ਇਹ ਵਾਲਾ ਕੋਰਸ ਪੜ੍ਹਾਉਣਾ ਹੈ, ਇਹ ਵਾਲਾ ਟੌਪਿਕ ਹੈਗਾ, ਐਂਡ ਦੈਨ ਲਾਈਵ ਪ੍ਰੈਜੈਂਟੇਸ਼ਨ ਹੋਏਗੀ ਜਿਹਦੇ ਵਿੱਚ ਬੱਚਾ ਬੈਠ ਕੇ ਸੁਣ ਸਕਦਾ ਹੈ, ਦੇਖ ਸਕਦਾ ਹੈ ਤੇ ਪੜ੍ਹ ਸਕਦਾ ਹੈਗਾ। ਅੱਛਾ। ਸੋ देयर विल बी प्रोविजन। ਕੁਝ ਬੱਚੇ, ਕੁਝ ਪੇਰੈਂਟਸ ਜਿਵੇਂ ਤੁਸੀਂ ਆਪ ਹੀ ਕਿਹਾ ਹੈਗਾ ਕਿ they don't want to send the kid at all, ਬਿਲਕੁਲ they can avail that facility. There are some parents who might say ਕਿ ਵੀ ਮੈਂ ਜਿਸ ਦਿਨ ਆਨਲਾਈਨ in the class ਬੱਚਾ ਪੜ੍ਹ ਰਿਹਾ ਜੀ, ਉਹ ਮੈਂ ਭੇਜਾਂ, ਤੇ ਜਿਸ ਦਿਨ ਉਹਨੇ ਜਿਮ 'ਚ ਬੈਠ ਕੇ ਪੜ੍ਹਨਾ ਹੈਗਾ ਅੰਡਰ ਸੁਪਰਵਿਜ਼ਨ, ਉਹਦੇ ਨਾਲ ਉਹਨੂੰ ਘਰ ਰੱਖਾਂ। So there is going to be a total flexibility. ਦੇਖੋ, at the end of the day, one good thing I can tell you with this COVID is, as human beings, we know how to survive. ਠੀਕ ਹੈ। ਸਾਡੇ 'ਚ ਇੱਕ ਖਾਸ ਚੀਜ਼ ਹੁੰਦੀ ਹੈ, ਉਹ ਹੁੰਦੀ ਸਰਵਾਈਵਲ ਫॉर द ਫਿਟੈਸਟ। ਅਸੀਂ ਜਦ ਕਦੀ ਕੋਈ ਦੁਸ਼ਮਣ ਸਾਹਮਣੇ ਵੇਖਦੇ ਆ ਨਾ, ਅਸੀਂ ਉਹ ਤੋਂ ਜ਼ਿਆਦਾ ਤਗੜੇ ਹੋਏ ਆ। ਇਹ ਕੋਵਿਡ ਸਾਡਾ ਅਗਰ ਦੁਸ਼ਮਣ ਆ ਗਿਆ ਤਾਂ ਅਸੀਂ ਉਹ ਤੋਂ ਵੀ ਤਗੜੇ ਹੋ ਗਏ। ਹਾਊ ਵੀ ਹੈਵ ਫਾਊਂਡ ਥੀਸ ਮਲਟੀਪਲ ਵੇਜ਼ ਆਫ ਰਿਐਕਟਿੰਗ ਐਂਡ ਐਕਟਿੰਗ ਜੀ। ਸੋ ਅਗੇਨ
ਦੇਖੋ ਐਟ ਦੀ ਐਂਡ ਆਫ ਦ ਡੇ ਗਵਰਨਮੈਂਟ ਇਹ ਚਾਹੁੰਦੀ ਹੈਗੀ ਹੈ ਕਿ ਹੈਲਥ ਐਂਡ ਵੈਲਬੀਇੰਗ ਆਫ ਦ ਕਿਡਸ, ਹੈਲਥ ਐਂਡ ਵੈਲਬੀਇੰਗ ਆਫ ਦ ਰੈਜ਼ੀਡੈਂਟ ਇਜ਼ ਐਕਸਟ੍ਰੀਮਲੀ। ਦੇਖੋ ਸਾਡੇ ਕੋਲ ਮੈਜ਼ਰਮੈਂਟ ਕੀ ਹੈ, ਸਾਡੇ ਕੋਲ ਤੇ ਇਹੀ ਮੈਜ਼ਰਮੈਂਟ ਹੈਗੀ ਨਾ ਕਿ ਇਫ ਵੀ ਆਰ ਏਬਲ ਟੂ ਕੰਟਰੋਲ ਇਟ ਯੂ ਵਿਲ ਸੇ ਵੀ ਹੈਵ ਡਨ ਅ ਗੁੱਡ ਵਰਕ। ਜੀ ਅਗਰ ਤੁਸੀਂ ਕਹੋਗੇ ਵੀ ਨਾਟ ਏਬਲ ਟੂ ਕੰਟਰੋਲ ਇਟ ਵੀ ਹੈਵ ਨਾਟ ਡਨ ਅ ਗੁੱਡ ਵਰਕ। ਸੋ ਵੀ ਵਾਂਟ ਟੂ ਡੂ ਅ ਗੁੱਡ ਵਰਕ, ਜੀ ਵੀ ਹੈਵ ਟੂ ਬੈਲੈਂਸ ਇਟ। So, ਇਹ ਕੀਤਾ ਜਾਏਗਾ। ਹੋਰ ਮੈਂ ਇਸ ਤੋਂ ਇਲਾਵਾ ਆਈ ਕੈਨ ਰੀਡ ਇਟ ਆਊਟ ਫॉर ਯੂ। ਟੈਸਟਿੰਗ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਏਗਾ। ਟੈਸਟਿੰਗ ਮਤਲਬ ਸਕੂਲਸ ਦੇ ਵਿੱਚ ਹੀ? ਸਕੂਲ ਦੇ ਵਿੱਚ ਅਗਰ ਮੰਨ ਲਓ ਕਿਸੇ ਬੱਚੇ ਨੂੰ ਆਪਣਾ ਫੀਲਿੰਗ ਹੈਗੀ ਕਿ ਉਹ ਇਜ਼ ਨਾਟ, ਹੀ অর ਸ਼ੀ ਇਜ਼ ਨਾਟ ਫੀਲਿੰਗ ਕੋਈ ਲੱਛਣ ਨਜ਼ਰ ਆ ਰਹੇ ਆ, ਲੱਛਣ ਨਜ਼ਰ ਆ ਰਹੇ ਆ, ਤਾਂ $73 million is to support the surveillance testing. $73 million. $75 million is to fund the 1,000 custodians ਜਿਹੜਾ ਆਪਣਾ ਕਲੀਨਿੰਗ ਸਟਾਫ ਹੁੰਦਾ ਹੈਗਾ। ਅੱਛਾ। ਐਕਚੁਅਲੀ ਅੱਜ ਮੈਂ ਕਿਤੇ ਪੜ੍ਹ ਰਿਹਾ ਸੀਗਾ, ਆਪਣੇ ਇੱਕ ਵਾਇਰਲ ਹੋਇਆ ਹੈ WhatsApp ਕਿ ਕੋਈ ਬੰਦਾ ਅੱਜ ਦੇ ਦਿਨ ਅਗਰ ਜੌਬ ਲੱਭ ਰਿਹਾ ਹੈਗਾ ਤੇ ਸਕੂਲ ਬੋਰਡ ਚ ਅਪਲਾਈ ਕਰੋ ਬਿਕਾਜ਼ ਦੇ ਨੀਡ ਅ ਲੋਟ ਆਫ ਕਸਟੋਡੀਅਨਸ। ਅੱਛਾ। ਹਾਂਜੀ, ਸੋ ਉਹਦੇ ਵਿੱਚ ਇਹ ਕੀਤਾ ਜਾ ਰਿਹਾ ਕਿ ਦੇਖੋ ਆਪਾਂ ਨੂੰ ਪਤਾ ਹੈਗਾ ਕਿ ਵਨ ਆਫ ਦ ਥਿੰਗਸ ਵਿਚ ਵੀ ਹੈਵ ਟੂ ਡੂ ਟੂ ਮੇਨਟੇਨ ਸੋਸ਼ਲ ਡਿਸਟੈਂਸਿੰਗ ਵਿਚ ਵੀ ਆਰ ਡੂਇੰਗ ਇਟ ਬਾਈ ਰਿਡਿਊਸਿੰਗ ਨੰਬਰ ਆਫ students. ਜੀ। Second is by making sure the cleanliness is there. So that's why we are hiring 1,000 more custodians. ਮਤਲਬ ਜ਼ਿਆਦਾ ਸਟਾਫ ਚਾਹੀਦਾ ਹੁੰਦਾ। ਸਟਾਫ ਚਾਹੀਦਾ ਹੈਗਾ। ਉਸ ਤੋਂ ਇਲਾਵਾ $40 million ਜਿਹੜਾ ਹੈਗਾ ਸਕੂਲ ਬੱਸਸ ਨੂੰ ਸਾਫ਼ ਕਰਨ ਉੱਤੇ ਲਗਾਇਆ ਜਾਏਗਾ। ਜਿਵੇਂ ਆਪਾਂ ਨੂੰ ਪਤਾ ਕਿ ਬੱਚਿਆਂ ਨੇ ਆਣਾ ਤੇ ਜਾਣਾ ਹੈਗਾ and they are going to be in a confined space. So the cleaning required ਤਾਂ ਸਕੂਲ ਜਿਹੜੀਆਂ ਬੱਸਸ ਆ ਉਹਨਾਂ ਨੂੰ ਹਰ ਵਾਰੀ ਜਿਵੇਂ ਰੈਗੂਲਰ ਬੇਸਿਸ ਉਹਨਾਂ ਨੂੰ ਸੈਨੀਟਾਈਜ਼ ਕਰਨਾ। ਬਿਲਕੁਲ ਜੀ, ਬਿਲਕੁਲ ਸੈਨੀਟਾਈਜ਼ ਕੀਤਾ ਜਾਏਗਾ। ਇਸ ਤੋਂ ਇਲਾਵਾ ਆਪਾਂ ਨੂੰ ਪਤਾ ਹੈਗਾ ਕਿ ਮੈਂਟਲ ਹੈਲਥ ਬਿਕਮਸ ਅ ਬਿਗਰ ਇਸ਼ੂ, ਸਟ੍ਰੈਸ ਜਿਹੜੀ ਹੈਗੀ। ਸੋ $10 million will be on the mental health and $10 million on the special education ਜਿਹੜੀ ਹੈਗੀ ਹੈ। ਜੀ। and plus ਮਾਫ ਕਰਨਾ, ਇੱਕ ਕਾਲ ਲੈ ਲਈਏ ਫਿਰ ਆਪਾਂ ਇਸੇ ਤੇ ਲੜੀ ਤੋਂ ਸ਼ੁਰੂ ਕਰ ਲਵਾਂਗੇ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ। ਮੇਰਾ ਇੱਕ ਕੁਐਸਚਨ ਸੀਗਾ, ਜਿਹੜੀ ਬ੍ਰੈਂਪਟਨ ਹਾਈਡਰੋ ਏਅਰ ਇਲੈਕਟਰਾ ਹੈਗੀ ਆ ਕੰਪਨੀ, ਉਹਨਾਂ ਦੇ ਕੰਸਰਨਿੰਗ ਸੀਗਾ ਜਿੱਦਾਂ ਕੋਵਿਡ-19 ਸਟਾਰਟ ਹੋਇਆ ਸੀਗਾ, ontario ਗਵਰਨਮੈਂਟ ਨੇ ਜੋ ਰੇਟ ਸੀਗੇ ਉਹ ਫਲੈਟ ਕਰ ਦਿੱਤੇ ਸੀ 24/7 ਮੀਨਸ ਡਿਸਕਾਊਂਟਡ ਰੇਟ ਹੈ ਨਾ ਮਈ ਐਂਡ ਤੱਕ। ਪਰ 1 ਜੂਨ ਤੋਂ ਜਿਹੜੇ ਰੇਟਸ ਆ ਉਹ ਹਾਈ ਹੋ ਗਿਆ, ਮਤਲਬ 24/7 ਜਿਹੜੇ ਰੇਟਸ ਆ ਉਹ ਹਾਈ ਹੋ ਗਿਆ, ਮਤਲਬ no weekend off, no evenings off ਹੈ ਨਾ ਜੀ। तो ਅਸੀਂ ਪਿਛਲੇ 2 ਮਹੀਨਿਆਂ ਤੋਂ ਮਤਲਬ ਬਿਲ ਟਰੈਕ ਕਰ ਰਹੇ ਹਾਂ ਐਂਡ ਇਟਸ ਵੈਰੀ ਹਾਈ ਹੈ ਨਾ। ਸਰਕਮਸਟੈਂਸਿਸ ਤਾਂ ਸਟਿਲ ਉਦਾਂ ਹੀ ਆ ਪਰ ਜਿਹੜੇ ਬਿਲਸ ਆ ਉਹ ਹਾਈ ਆ। ਮਤਲਬ ਜੋ ਐਮਪੀਪੀ ਆਏ ਨੇ ਇਹਨਾਂ ਨੂੰ ਮਤਲਬ ਡਕਫੋਰਡ ਨੂੰ ਦੱਸਣਾ ਚਾਹੀਦਾ ਵੀ ਜੇ ਇਹਨਾਂ ਰਿਕਵਰੀ ਕਰਨੀ ਸੀ ਤਾਂ ਨੈਕਸਟ ਈਅਰ ਕਰ ਸਕਦੇ ਹੈ ਨਾ। it's really a burden on us ਹੈ ਨਾ। ਬਹੁਤ ਸ਼ੌਕਿੰਗ ਲੱਗ ਰਿਹਾ ਵੀ ਐਡਾ ਵੱਡਾ ਬਿਲ ਹੁਣ ਇਹ ਚੀਜ਼ ਤਾਂ ਚਲਾਣੀ ਆ ਬਿਕਾਜ਼ ਆਪਣੇ ਗਰਮੀਆਂ ਸਮਰ ਆ ਹਨਾ, ਬੱਚੇ ਛੋਟੇ ਹੁੰਦੇ ਆ, ਉਹਨਾਂ ਨੂੰ ਕਾਲ ਕਰਦੇ ਆ, ਉਹ ਕਹਿੰਦੇ ਆ ਵੀ ਸਾਰਿਆਂ ਨਾਲ ਹੀ ਏਦਾਂ ਹੋ ਰਿਹਾ ਪਰ ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਪਰ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਕਾਲ ਕੀਤੀ ਸੀ, ਮੇਰੀ ਕਾਲ ਉਹਨਾਂ ਨੇ ਕਿਸੇ ਹੋਰ ਨੂੰ ਕਹਿਤਾ ਤੁਸੀਂ ਉਹਨਾਂ ਨੂੰ ਕਾਲ ਕਰੋ, ਉਹਨਾਂ ਨੂੰ ਕਾਲ ਕਰੋ, ਹਰ ਕੋਈ ਇੱਕ ਦੂਸਰੇ ਨੂੰ ਕਾਲ ਥਰੋ ਕਰ ਰਿਹਾ। ਇਟਸ ਨਾਟ ਰਾਈਟ ਹੈ ਨਾ। ਜੇ ਤੁਸੀਂ ਰਿਪਰੈਜ਼ੈਂਟੇਟਿਵ ਹੈਗੇ ਹੋ ਐਟਲੀਸਟ ਤੁਸੀਂ ਪਾਸ ਤਾਂ ਕਰੋ ਨਾ ਮੈਸੇਜ। ਮੈਨੂੰ ਨਹੀਂ ਪਤਾ ਕਿੰਨੇ ਕਾਲਰ ਦੇ ਕੰਸਰਨ ਨੂੰ ਲੈ ਕੇ ਆਉਂਦੇ ਆ ਪਰ ਮੈਂ ਇੱਕ ਮੀਡੀਅਮ ਫੈਮਿਲੀ ਤੋਂ ਆ ਹਨਾ, ਤਾਂ ਮੈਨੂੰ ਇਹ ਬਹੁਤ ਕੰਸਰਨ ਲੱਗ ਰਿਹਾ ਵੀ ਐਡਾ ਵੱਡਾ ਬਿੱਲ ਕਿੱਦਾਂ ਪੇ ਕਰਦੇ ਆ ਹਨਾ। ਸ਼ੁਕਰੀਆ ਤੁਹਾਡਾ ਬਹੁਤ ਵੈਲਿਡ ਜਿਹੜਾ ਹੈ ਪੁਆਇੰਟ ਆ ਔਰ ਮੇਰੇ ਨਾਲ ਜੋ ਦੀਪਕ ਆਨੰਦ ਜੀ ਸਟੂਡੀਓ ਦੇ ਵਿੱਚ ਆਏ ਆ ਤੁਹਾਡਾ ਇਸ ਦਾ ਜਿਹੜਾ ਜਵਾਬ ਦੇਣਗੇ। ਤੁਹਾਡਾ ਨਾਮ ਦਾ ਸ਼ੁਭ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਰਾਜਦੀਪ ਆ ਜੀ। ਬਹੁਤ ਸ਼ੁਕਰੀਆ ਕਾਲ ਕਰਨ ਲਈ। ਬੇਸ਼ੱਕ ਜੀ ਮੇਰਾ ਆਨਸਰ ਲੈ ਕੇ ਆਇਓ। ਮੈਂ ਅੱਗੇ ਵੀ 2-3 ਵਾਰ ਕਾਲ ਕਰਦੀ, ਤੁਸੀਂ ਮੇਰਾ ਆਨਸਰ ਲੈਣ ਤੋਂ ਪਹਿਲਾਂ ਹੀ ਤੁਸੀਂ ਕਾਲ ਮੇਰੀ ਉਹਨਾਂ ਨੂੰ ਹੋਰ ਕੁਐਸਚਨ ਕਰ ਦਿੰਦੇ ਹੋ, ਮੇਰਾ ਆਨਸਰ ਵਿੱਚ ਹੀ ਰਹਿ ਜਾਂਦਾ। ਬਿਲਕੁਲ ਤੁਹਾਡਾ ਹੁਣ ਜੋ ਆਨਸਰ ਹੈ ਉਹ ਦੀਪਕ ਜੀ ਤੁਹਾਨੂੰ ਦੇਣਗੇ। ਬਹੁਤ ਸ਼ੁਕਰੀਆ ਤੁਹਾਨੂੰ ਕਾਲ ਕਰਨ ਲਈ, ਸ਼ੁਕਰੀਆ ਤੁਹਾਡਾ ਜੀ। ਤੁਸੀਂ ਪਹਿਲਾਂ ਇਸ ਤੋਂ ਪਹਿਲਾਂ ਕਿ ਉਹ ਆਪਾਂ ਸਾਰਾ ਜਿਹੜਾ ਤੁਸੀਂ ਦੱਸ ਰਹੇ ਸੀ ਚਿੱਠਾ ਖੋਲ ਕੇ, ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਸਵਾਲ ਹੈ ਉਹਦੇ ਉੱਪਰ ਜ਼ਰੂਰ ਚਰਚਾ ਕਰੋ। ਦੇਖੋ ਪਹਿਲੀ ਗੱਲ ਤੇ ਰਮਨ ਜੀ ਮੈਨੂੰ ਇੱਕ ਚੀਜ਼ ਦੀ ਬੜੀ ਖੁਸ਼ੀ ਹੈਗੀ ਕਿ ਸਿਰਫ ਦੇਖ ਹੀ ਨਹੀਂ ਰਹੇ ਕਿ ਸੁਣ ਵੀ ਰਹੇ ਨੇ, ਸੁਣ ਵੀ ਨਹੀਂ ਰਹੇ ਬਲਕਿ ਇਹ ਕੁਐਸਚਨ ਲੈ ਕੇ ਆਏ ਨੇ। ਰਾਜਦੀਪ ਆਈ ਵਾਂਟ ਟੂ ਸੇ ਥੈਂਕ ਯੂ ਫॉर ਵਨ ਗੁੱਡ ਰੀਜ਼ਨ। ਇਹ ਬਿਜਲੀ ਦਾ ਬਿੱਲ ਸਾਰਿਆਂ ਦਾ ਵਧਿਆ ਹੈਗਾ ਜਿਵੇਂ ਤੁਸੀਂ ਆਪੇ ਕਿਹਾ ਹੈਗਾ, ਪਰ ਤੁਸੀਂ ਫੋਨ ਕੀਤਾ ਹੈਗਾ। ਜੇ ਕੋਈ ਵੀ ਐਸੇ ਤਰੀਕੇ ਨਾਲ ਕੋਈ ਵੀ ਕੁਐਸਚਨ ਆਉਂਦਾ ਜਾਂ ਕੋਈ ਵੀ ਪ੍ਰੋਬਲਮ ਲੈ ਕੇ ਆਉਂਦਾ ਹੈ ਪਰ ਉਹਦਾ ਕਦੀ ਸੋਲੂਸ਼ਨ ਨਿਕਲਦਾ ਤਾਂ ਸਿਰਫ ਰਾਜਦੀਪ ਦਾ ਬਿੱਲ ਨਹੀਂ ਘਟਦਾ, ਸਾਰਿਆਂ ਦਾ ਘਟਦਾ। ਸੋ ਥੈਂਕ ਯੂ ਫॉर दैट। ਬਟ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਰੇਟ ਦੀ, ਸੋ ਆਈ ਵਿਲ ਕਲੈਰੀਫਾਈ ਲਿਟਲ ਬਿਟ।
ਜਿਹੜਾ ਰੇਟ ਹੈਗਾ ਇਸ ਆਪਾਂ ਨੂੰ ਪਤਾ ਹੈ ਕਿ ਆਫ ਪੀਕ ਔਨ ਪੀਕ ਅਲੱਗ-ਅਲੱਗ ਹੁੰਦਾ ਸੀਗਾ, ਜੀ। ਕਾਫੀ ਡਿਫਰੈਂਸ ਹੁੰਦਾ ਸੀਗਾ, 17 ਸੈਂਟਸ 18 ਸੈਂਟਸ ਹੁੰਦਾ ਸੀਗਾ। ਜੀ। ਸੋ ਦ ਗਵਰਨਮੈਂਟ ਡਿਸਾਈਡਡ ਕਿ ਕਿਉਂਕਿ ਕੋਵਿਡ-19 ਚ ਇਸ ਵਕਤ ਸਾਨੂੰ ਪਤਾ ਹੈ ਕਿ ਪਰਿਵਾਰਾਂ ਨੂੰ ਕਿੱਲਤ ਆ ਰਹੀ ਹੈਗੀ, ਜੀ। they have not the revenue is not much to support that 10.9 which was the off peak ਵਾਲਾ ਦਿੱਤਾ ਗਿਆ ਸੀਗਾ ਜੀ। ਉਹ ਟੈਂਪਰੇਰੀ ਦਿੱਤਾ ਗਿਆ ਸੀਗਾ। ਦੇਖੋ ਐਟ ਦੀ ਐਂਡ ਆਫ ਦ ਡੇ ਲੈਟਸ ਬੀ ਆਨੈਸਟ, ਸਰਕਾਰ ਪੈਸੇ ਨਹੀਂ ਬਣਾਉਂਦੀ ਜੀ। ਨਾ ਹੀ ਸਰਕਾਰ ਕੋਲ ਕੋਈ ਐਸਾ ਪੇੜ ਹੈਗਾ ਜਿੱਥੇ ਜਾ ਕੇ ਤੋੜ ਦਿੰਦੀ ਹੈ, ਠੀਕ ਹੈ, ਵੀ ਆਲ ਪੇ ਫॉर ਇਟ। ਜੀ। ਸੋ ਇਟ ਵਾਸ ਹਾਈਲੀ ਸਬਸਿਡਾਈਜ਼ਡ। ਫਿਰ ਉਸ ਤੋਂ 2 ਮਹੀਨੇ ਬਾਅਦ ਸਟਿਲ ਅਗੇਨ ਵੀ ਵੈਂਟ ਬੈਕ ਐਂਡ ਵੀ ਹੈਡ ਅ ਕਾਕਸ ਕਨਵਰਸੇਸ਼ਨ ਜਿਹਦੇ ਚ ਅਸੀਂ ਜਿਹੜੇ ਮੈਂਬਰਸ ਹੈਗੇ ਆ ਅਸੀਂ ਕਿਹਾ ਕਿ ਜਿਵੇਂ ਰਾਜਦੀਪ ਨੇ ਕਿਹਾ ਇਹੋ ਜਿਹੇ ਸੁਜੈਸ਼ਨ ਸਾਡੇ ਰੈਜ਼ੀਡੈਂਟ ਸਾਨੂੰ ਦਿੰਦੇ ਨੇ। ਜੀ। ਸੋ ਵੀ ਵੈਂਟ ਬੈਕ ਐਂਡ ਵੀ ਸੈਡ ਕਿ ਪੀਪਲ ਆਰ ਨਾਟ ਰੈਡੀ ਯੈਟ, ਉਹਨਾਂ ਨੂੰ ਵਾਪਸ 16-17 ਸੈਂਟ ਤੇ ਲੈ ਜਾਇਆ। ਬਿਲਕੁਲ। So that's when minister came back. He said कि we देखो at the end of the day we have a limited amount of money. जी। We are willing to help out again, but it will not be 10.9. It will be 12.8. अच्छा। So I want to clarify one thing. कि even though the rate has gone up, but it under the normal circumstances before COVID-19, जी। it was way above 12.8. ਸੋ ਸਾਨੂੰ ਹਲੇ ਵੀ ਬੈਨੀਫਿਟ ਹੀ ਮਿਲ ਰਿਹਾ ਹੈਗਾ। ਅੱਛਾ। ਹਾਂ ਇਹ ਕਹਿ ਸਕਦੇ ਵੀ ਉਹਨਾਂ ਨਹੀਂ ਮਿਲ ਰਿਹਾ ਜਿੰਨਾ ਸਾਨੂੰ ਪਹਿਲੇ 2 ਮਹੀਨੇ ਮਿਲਿਆ। ਇੱਕ ਚੀਜ਼ ਹੈ। ਜੀ। ਦੂਜੀ ਗੱਲ ਆ ਜੀ ਅਗਰ ਕੋਈ ਵੀ ਫੈਮਿਲੀ ਹੈਗੀ ਹੈ ਜਿਹੜੀ ਅਫੋਰਡ ਨਹੀਂ ਕਰ ਸਕਦੀ ਜਾਂ ਲੋ ਇਨਕਮ ਹੈਗੀ ਹੈ, ਸੋ देयर आर 2 ਪ੍ਰੋਗਰਾਮਸ ਔਰ ਉਹ ਆਟੋਮੈਟਿਕਲੀ ਕੁਝ ਹੱਦ ਤੱਕ ਅਗਰ ਤੁਸੀਂ ਇੱਕ ਵਾਰ ਅਪਲਾਈ ਕਰਦੇ ਹੋ, ਇਲੈਕਟਰਾ ਦੀ ਇਹਨਾਂ ਨੇ ਗੱਲ ਕੀਤੀ। ਇਲੈਕਟਰਾ ਅੱਜ ਕੱਲ੍ਹ ਐਕਚੁਅਲੀ ਈਮੇਲਸ ਭੇਜ ਰਿਹਾ ਸਾਰਿਆਂ ਨੂੰ, देयर इज अ program available if you cannot afford, if you don't have enough revenue and if you cannot afford, rather than ਤੁਸੀਂ ਬਿਜਲੀ ਬੰਦ ਕਰਨ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਵਾਸਤੇ and you get a rebate। ਅੱਛਾ। ਉਹਦੇ ਵਿੱਚ $9 million ਜਿਹੜਾ ਹੈਗਾ ਗਵਰਨਮੈਂਟ ਨੇ ਇਸੀ ਕਰਕੇ ਰਿਬੇਟ ਵਾਸਤੇ ਸਾਈਡ ਤੇ ਰੱਖਿਆ ਹੈਗਾ। ਸੋ ਆਈ ਵੁੱਡ ਸੇ ਰਿਸਪੈਕਟਫੁਲੀ ਆਈ ਵੁੱਡ ਸੇ ਕਿ ਤੁਸੀਂ ਗੋ ਔਨ ਟੂ ਇਲੈਕਟਰਾਸ ਵੈਬਸਾਈਟ ਜੀ। ਐਂਡ ਉਸ ਤੇ ਜਾ ਕੇ ਪਤਾ ਕਰੋ ਔਰ ਅਪਲਾਈ ਕਰੋ ਐਂਡ ਅਗਰ ਤੁਸੀਂ ਕੁਆਲੀਫਾਈ ਕਰਦੇ ਹੋ ਯੂ ਵਿਲ ਗੈਟ ਦ ਰਿਬੇਟ। ਅਗਰ ਤੁਸੀਂ ਨਹੀਂ ਕੁਆਲੀਫਾਈ ਕਰਦੇ, ਇਫ ਯੂ ਹੈਵ ਇਨਫ ਰੈਵਨਿਊ, ਪਰ ਤੁਹਾਡੀ ਕਮਿਊਨਿਟੀ ਚ ਅਗਰ ਤੁਹਾਨੂੰ ਕਿਸੇ ਹੋਰ ਨੂੰ ਪਤਾ ਹੈਗਾ ਹੂ ਹੈਵ ਜਿਨ੍ਹਾਂ ਕੋਲ ਪਾਵਰਟੀ ਲਾਈਨ ਤੋਂ ਥੱਲੇ ਹੈਗੇ ਨੇ, ਪਲੀਜ਼ ਟੈਲ them that they should apply and they should get this benefit। ਆਪਾਂ ਵੀ ਅਨਾਉਂਸ ਕਰ ਦਿੰਦੇ ਆ ਕਿ ਜਿਹੜੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ, ਜੇ ਤੁਹਾਨੂੰ ਲੱਗਦਾ ਕਿ ਬਿਜਲੀ ਦਾ ਬਿੱਲ ਸਾਡਾ ਜ਼ਿਆਦਾ ਆ ਰਿਹਾ ਔਰ ਪਿਛਲੇ ਜਿਹੜੇ ਕੁਝ ਮਹੀਨਿਆਂ ਤੋਂ ਬਾਅਦ ਇੱਕਦਮ ਤੁਹਾਡਾ ਜਿਹੜਾ ਬਿਜਲੀ ਦਾ ਜਿਹੜਾ ਰੇਟ ਦਾ ਗ੍ਰਾਫ ਉੱਪਰ ਚਲਾ ਗਿਆ, ਤਾਂ ਜਿਹੜੇ ਸਾਡੇ ਅੱਜ ਮਾਨਯੋਗ MPP ਦੀਪਕ ਆਨੰਦ ਜੀ ਸਟੂਡੀਓ ਦੇ ਵਿੱਚ ਆਏ, ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਇਲੈਕਟਰਾ ਨੂੰ ਤੁਸੀਂ ਈਮੇਲ ਕਰ ਸਕਦੇ ਹੋ ਔਰ ਦੱਸ ਸਕਦੇ ਆ ਆਪਣੇ ਸਰਕਮਸਟੈਂਸਸ ਤੇ, ਔਰ ਨਾਲ ਦੀ ਨਾਲ ਆਪਣਾ ਤੁਸੀਂ ਕੋਈ ਰਿਬੇਟ ਜਿਹੜਾ ਅਪਲਾਈ ਕਰੋ ਤਾਂ ਜਿਹਦੇ ਨਾਲ ਜਿਹੜੇ ਬਿੱਲ ਦੇ ਵਿੱਚ ਕਟੌਤੀ ਉਹ ਮਿਲੇਗੀ, ਤੁਹਾਨੂੰ ਬਿਲਕੁਲ ਰਿਬੇਟ ਮਿਲੇਗਾ। ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਸੀਂ ਕ੍ਰਾਈਟੇਰੀਆ ਦੇਖਣਾ, ਉਹਨਾਂ ਨੂੰ ਕਾਲ ਕਰਕੇ ਜਾਂ ਉਹਨਾਂ ਦੀ ਸਾਈਟ ਦੇ ਉੱਪਰ ਜਾ ਕੇ ਤੁਸੀਂ ਕ੍ਰਾਈਟੇਰੀਆ ਦੇਖ ਸਕਦੇ ਆ। ਔਰ ਮੈਂ ਆਸ ਕਰਦਾ ਕਿ ਜਿਹੜੇ ਵੀ ਕਾਲਰ ਨੇ ਕਾਲ ਕੀਤੀ ਸੀ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਵੇਗਾ। ਲੇਕਿਨ ਮੈਂ ਇਹਦੇ ਵਿੱਚ ਇਜ਼ਾਫਾ ਕਰਨਾ ਚਾਹਣਾ ਇੱਕ ਹੋਰ, ਜਿੱਥੇ ਤੁਹਾਡੀ ਗਵਰਨਮੈਂਟ ਜਿਹੜੀ ਆ ਬਹੁਤ ਸਾਰੀ ਪ੍ਰੋਵਿੰਸ ਜਾਂ ਕਮਿਊਨਿਟੀ ਦੀ ਜਾਂ ਬਹੁਤ ਸਾਰੇ ਸਾਡੇ ਲੋਕਾਂ ਦੀ ਹੈਲਪ ਕਰ ਰਹੀ ਹੈ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੈਲਪ ਹੋ ਰਹੀ ਹੈ, ਤੇ ਦੀਪਕ ਜੀ ਕੋਈ ਤੁਸੀਂ ਇੱਕ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਤੁਸੀਂ ਉੱਥੇ ਜਾ ਕੇ ਇਹ ਕਿਉਂ ਨਹੀਂ ਕਹਿ ਦਿੰਦੇ ਕਿ ਵੀ ਜਿੰਨੀ ਦੇਰ ਇਹ ਕਰੋਨਾ ਦੇ ਕਰਕੇ ਲੋਕਾਂ ਦਾ ਜਿਹੜਾ ਕਚੂੰਬਰ ਨਿਕਲਿਆ ਹੋਇਆ ਕਿ ਜੌਬਸ ਪੂਰੀਆਂ ਨਹੀਂ ਆ, ਪੂਰੇ ਆਵਰ ਨਹੀਂ ਲੱਗ ਰਹੇ, ਜਾਂ ਕਈ ਵਾਰੀ ਮਤਲਬ ਜਿਹੜਾ ਹੈ ਕੋਈ ਅਨਬੈਲੈਂਸ ਜਿਹਾ ਚੱਲ ਰਿਹਾ ਸਾਰਾ ਸਿਸਟਮ, ਜਿਹੜਾ ਇਹਨਾਂ ਨੇ ਇੱਕਦਮ ਰੇਟ ਦਾ ਜਿਹੜਾ ਤਬਦੀਲੀ ਕੀਤੀ ਹੈ, ਕੀ ਉਹੀ ਸਾਰਾ ਕੁਝ ਥੋੜਾ ਜਿਹਾ ਘਟਾ ਕੇ ਕੁਝ 2-4 ਮਹੀਨੇ ਹੋਰ ਚੱਲਦਾ ਰਹਿਣ ਦਿੰਦੇ ਤਾਂ ਠੀਕ ਨਹੀਂ ਸੀ? ਜਿੱਥੇ ਹੋਰ ਹੈਲਪ ਹੋ ਰਹੀ ਹੈ ਤਾਂ ਬਿਜਲੀ ਦੇ ਬਿੱਲ ਹੋਏ, ਜਿਹੜੀਆਂ ਬੇਸਿਕ ਜਿਹੜੀਆਂ ਨੀਡਸ ਹੈ ਉਹਦੇ ਵਿੱਚ ਕਿਤੋਂ ਘੱਟੋ ਘੱਟ ਲੋਕਾਂ ਨੂੰ ਨਾ ਪਚੀੜਿਆ ਜਾਵੇ। ਰਮਨ ਜੀ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਐਂਡ ਆਈ ਐਮ ਨਾਟ ਗੋਇੰ ਮੈਂ ਮੇਰੀ ਇੱਕ ਆਦਤ ਹੁੰਦੀ ਜਦ ਕੋਈ ਬੰਦਾ ਸਹੀ ਕਹਿੰਦਾ ਤੇ ਮੈਂ ਉਹਦੇ ਅਗੇਂਸਟ ਡਿਫੈਂਸਿਵ ਨਹੀਂ ਹੁੰਦਾ ਹੈਗਾ, ਮੈਂ ਬਿਲਕੁਲ ਮੰਨਦਾ ਹੈਗਾ, ਪਰ ਕਿਤੇ ਨਾ ਕਿਤੇ ਬਜਟਿੰਗ ਦੀ ਮਜਬੂਰੀਆਂ ਹੁੰਦੀਆਂ ਨੇ ਮਿਨਿਸਟਰਸ ਕੋਲ ਔਰ ਇਸੇ ਕਰਕੇ ਜਿਹੜੀ ਪਹਿਲੀ ਗੱਲ ਇਹ ਕੀਤੀ ਗਈ ਸੀ ਕਿ ਬੇਸਡ ਔਨ ਯੋਰ ਇਨਕਮ। ਤੁਸੀਂ ਗੱਲ ਬਹੁਤ ਸੋਹਣੀ ਕਹੀ ਕਿ ਸਾਰਿਆਂ ਦੀ ਇਨਕਮ ਨਹੀਂ ਘਟੀ, ਸਾਰਿਆਂ ਦੀ ਇਨਕਮ ਨਹੀਂ ਘਟੀ, ਜਿੰਨੇ ਡਾਕਟਰ ਸੀਗੇ ਆਪਣੇ, ਜਿੰਨੇ ਫਾਰਮਾਸਿਸਟ ਸੀਗੇ, ਜਿਹੜੇ ਹਸਪੀਟਲ 'ਚ ਜੌਬ ਕਰ ਰਹੇ ਸੀ, ਜਿਹੜੇ ਗਵਰਨਮੈਂਟ EMPLOYEE ਸੀਗੇ, ਜਿਹੜੇ ਆਪਣੇ ਗਰੋਸਰੀ ਸਟੋਰ ਆਦਮੀ ਨੇ, ਜਿਹੜੇ ਆਪਣੇ ਟਰੱਕ ਵਾਲੇ ਕੁਝ ਵੀਰ ਨੇ, ਜਿਹੜੇ ਨਾਟ ਆਲ ਆਫ ਦੈਮ ਬਟ ਜਿਹੜੇ ਵੀਰ ਉਹਨਾਂ 'ਚ ਜਿਹੜੇ ਗਰੋਸਰੀ ਸਟੋਰਸ ਨਾਲ ਲੱਗੇ ਹੋਏ ਸੀਗੇ, ਉਹਨਾਂ ਦੀ ਇਨਕਮ ਨਹੀਂ ਘਟੀ, ਹਾਲਾਂਕਿ ਉਹਨਾਂ ਦੀ ਇਨਕਮ ਐਕਚੁਅਲੀ ਵਧੀ ਹੈਗੀ ਹੈ। ਮੈਂ ਮੇਰੀ ਆਪਣੀ ਰਾਈਡਿੰਗ 'ਚ ਹੈਗੀ ਹੈ, ਆਪਣੀ ਮੀਟ ਸ਼ਾਪ ਹੈਗੀ ਹੈ, ਕਿਉਂਕਿ ਹੁਣ ਕੁਝ ਸਮਾਨ ਜਿਹੜਾ ਪਹਿਲਾਂ USA ਤੋਂ ਆਉਂਦਾ ਸੀ ਉਹ ਆਉਣਾ ਬੰਦ ਹੋ ਗਿਆ ਹੈਗਾ, ਉਹ ਬੰਦ ਹੋਣ ਕਰਕੇ ਇੱਥੇ ਉਹਦੀ ਡਿਮਾਂਡ ਵੱਧ ਗਈ ਹੈ। ਤੇ ਮੈਂ ਉਹਨੂੰ ਜਾ ਕੇ ਪੁੱਛਿਆ
कि आई बीन गोइंग टू द डिफरेंट बिजनेसेस इन माय बाइनिंग तो मैं उन्हें जाके पूछा कि कैन वी डू एनीथिंग तो मैंने हस के कहता जी मेरी तो इनकम ही 30% वधी हैगी है मैं ਹੁਣ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਇੱਕ ਕੋਰੋਨਾ ਨੂੰ ਚਲਾਏ ਰੱਖੋ this is the only thing I can ask you to do it so that's not the possibility but what I'm trying to say I absolutely agree that there should be we all know there are people who are in a financial trouble there are people who are not getting the revenue enough there should be more and more help but ਉਹਦੇ ਵਾਸਤੇ ਹੀ again ਉਹਦੇ ਵਾਸਤੇ ਹੀ ਜਿਹੜਾ $9 ਮਿਲੀਅਨ ਰੱਖਿਆ ਗਿਆ ਸਾਈਡ ਦੇ ਉੱਤੇ ਉਹ ਉਸ ਨੂੰ ਹੀ ਕਵਰ ਕਰਦਾ ਬੜਾ ਸ਼ੁਕਰੀਆ ਤੁਹਾਡਾ ਔਰ ਤੁਸੀਂ ਜਿਹੜਾ ਇਹ ਸਵਾਲ ਆਇਆ ਸੀ ਉਹਦਾ ਜਵਾਬ ਵੀ ਬੜੇ ਖੁਲਾਸੇ ਦੇ ਨਾਲ ਮਿਲ ਚੁੱਕਿਆ ਔਰ ਮੈਨੂੰ ਇਹ ਵੀ ਆਸ ਹੈ ਕਿ ਇੱਕ ਛੋਟੀ ਜਿਹੀ ਚੀਜ਼ ਹੋ ਜਰੂਰ ਹੈ 9056960367 ਅੱਛਾ ਇਹ ਤੁਹਾਡਾ ਨੰਬਰ ਹੈ ਇਹ ਮੇਰੇ ਆਫਿਸ ਦਾ ਨੰਬਰ ਹੈਗਾ ਉਹਨਾਂ ਕੋਲ ਮੇਰੇ ਤੋਂ ਵੀ ਜ਼ਿਆਦਾ ਜਵਾਬ ਹੈ ਅੱਛਾ we have a rule in our office to see you call our office we will not ask कि भी ये तो municipality का काम है या federal का काम है नहीं we will hear we learn it we will try to do as best as we can अगर नहीं solve होता we will send that email to federal counterpart we will send it to MP office we will send it to the mayor or councillor's office क्योंकि जब ਅਸੀਂ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਹੈਗੇ ਆ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਸਾਨੂੰ 1/3 ਵੋਟ ਦੇ ਦਿਓ ਜੀ ਕਹਿੰਦੇ ਜੀ ਸਾਨੂੰ ਪੂਰੀ ਇੱਕ ਵੋਟ ਦੇਣਾ ਨਾਲ ਤੁਸੀਂ ਅਸੀਂ ਚਾਹੁੰਦੇ ਹੈਗੇ ਕਿ ਤੁਸੀਂ ਸਾਨੂੰ ਇਲੈਕਟ ਕਰੋ ਸੋ ਅਗੇਨ ਬਹੁਤ ਵਾਰੀ ਰਮਨ ਜੀ ਇਹ ਜ਼ਰੂਰ ਹੁੰਦਾ ਹੈ ਹੁਣ ਤੁਸੀਂ ਵੀ ਚੈਰਿਟੀ ਦੇ ਅੱਗੇ ਜਾ ਕੇ ਜ਼ਰੂਰ ਗੱਲ ਕਰੋਗੇ ਮੈਨੂੰ ਪਤਾ ਹੈਗਾ ਉਹ ਸਾਡੇ ਹੱਥ ਨਹੀਂ ਹੈ ਕਿ ਉਹ ਫੈਡਰਲ ਇਸ਼ੂ ਹੈਗਾ ਬਟ ਹੈਵਿੰਗ ਸੈਡ ਦੈਟ ਅਗਰ ਕੋਈ ਫੈਡਰਲ ਜਾਂ ਮਿਊਨਿਸਪਲ ਇਸ਼ੂ ਵੀ ਲੈ ਕੇ ਤੁਸੀਂ ਆਉਂਦੇ ਹੈਗੇ ਹੋ we do not promise you we will solve it we can't because we don't have the authority but we promise you one thing we have resources ਜਿਹੜੇ ਤੁਹਾਡੇ ਕੋਲ ਨਹੀਂ ਹੋ ਸਕਦੇ ਸੋ ਇਹ ਵੀ ਸ਼ੁਕਰਾਨਾ ਤੁਹਾਡਾ ਕਿ ਕੋਈ ਪਹਿਲੇ ਜਿਹੜੇ ਤੁਸੀਂ ਐਮਪੀਪੀ ਆ ਔਰ ਇਹ ਮੰਨਣ ਲਈ ਤਿਆਰ ਹੋਏ ਆ ਕਿ ਕੋਈ ਇਹ ਨਹੀਂ ਹੈ ਕਿ ਵੀ ਇਹ ਸਿਟੀ ਦੀ ਜ਼ਿੰਮੇਵਾਰੀ ਹੈ ਇਹ ਪ੍ਰੋਵਿੰਸ਼ੀਅਲ ਦੀ ਨਹੀਂ ਹੈ ਇਹ ਫੈਡਰਲ ਦੀ ਜ਼ਿੰਮੇਵਾਰੀ ਹੈ ਉਹ ਪਹਿਲੇ ਤੁਸੀਂ ਇੱਕ ਐਮਪੀਪੀ ਵਿੱਚ ਜਿਸ ਤੁਸੀਂ ਐਜ਼ ਅ ਗੈਸਟ ਸਾਡੇ ਸਟੂਡੀਓ ਦੇ ਵਿੱਚ ਆਏ ਆ ਔਰ ਜਿਹੜੇ ਮੰਨ ਰਹੇ ਆ ਕਿ ਕੋਈ ਵੀ ਤੁਸੀਂ ਸਾਡੇ ਕੋਲੇ ਕੁਐਸਚਨ ਕਰੋ ਸਵਾਲ ਕਰੋ ਕੋਈ ਵੀ ਤੁਸੀਂ ਆਪਣੀ ਸਮੱਸਿਆ ਲੈ ਕੇ ਆਓ ਔਰ ਅਸੀਂ ਉਹਨੂੰ ਸੌਰਟ ਆਊਟ ਕਰਾਂਗੇ ਜੇ ਸਾਡੇ ਕੋਲੇ ਪੂਰੇ ਸੋਰਸਸ ਹੋਏ ਤਾਂ ਅਸੀਂ ਕਰਾਂਗੇ ਔਰ ਪਹਿਲਾਂ ਕਦੇ ਇੱਥੇ ਜੇ ਇਸ ਸੀਟ ਤੇ ਬੈਠ ਕੇ ਕਿਸੇ ਨੇ ਇਹ ਨਹੀਂ ਕਿਹਾ ਔਰ ਹਮੇਸ਼ਾ ਇਹੀ ਸੁਣਨ ਨੂੰ ਮਿਲਿਆ ਕਿ ਜੀ ਇਹ ਤਾਂ ਇਹ ਫੈਡਰਲ ਦਾ ਮਸਲਾ ਹੈ ਇਹ ਸਿਟੀ ਦਾ ਮਸਲਾ ਹੈ ਪ੍ਰੋਵਿੰਸ ਦਾ ਨਹੀਂ ਹੈ ਜੇ ਪ੍ਰੋਵਿੰਸ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਗੋਲ ਜਵਾਬ ਮਿਲਦੇ ਨਜ਼ਰ ਆਉਂਦੇ ਰਹੇ ਆ ਸਾਨੂੰ ਚਲੋ ਇੱਕ ਬ੍ਰੇਕ ਲੈ ਲਈਏ ਔਰ ਉਸ ਤੋਂ ਪਹਿਲਾਂ ਕਿ ਤੁਸੀਂ ਕੁਝ ਹੋਰ ਬੋਲੋ ਇੱਕ ਬ੍ਰੇਕ ਤੋਂ ਬਾਅਦ ਆਪਾਂ ਫਿਰ ਦੁਬਾਰਾ ਚਰਚਾ ਸ਼ੁਰੂ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਔਰ ਇਉਂ ਗਏ ਔਰ ਇਉਂ ਆਏ ਤੁਸੀਂ ਆਪਣਾ ਟੀਵੀ ਔਨ ਰੱਖਿਓ ਛੋਟੀ ਜਿਹੀ ਬ੍ਰੇਕ ਲਵਾਂਗੇ ਫਿਰ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਵਿੰਸ ਦੇ ਨਾਲ ਮਸਲੇ ਨੇ ਜਾਂ ਲੋਕਾਂ ਦੇ ਕੁਝ ਅਜਿਹੀਆਂ ਦਿੱਕਤਾਂ ਮੁਸ਼ਕਲਾਂ ਨੇ ਉਹਨਾਂ ਬਾਰੇ ਵੀ ਅਸੀਂ ਸਾਡੇ ਇੱਥੇ ਜਿਹੜੇ ਰਿਪਰੈਜ਼ੈਂਟੇਟਿਵ ਵੀ ਆਏ ਨੇ ਐਮਪੀਪੀ ਆਏ ਆ ਦੀਪਕ ਆਨੰਦ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਲਦੀ ਵਾਪਸ ਆਉਂਦੇ ਹਾਂ ਦੇਖਦੇ ਰਹੋ ਵਿਜ਼ਨ ਪੰਜਾਬ ब्रेक तो बाद फिर तो थोड़ा स्वागत है जी ਤੁਸੀਂ देख रहे हो विजन पंजाब टीवी और प्रोग्राम ਦਾ ਨਾਮ ਹੈ विजन प्राइम टाइम शो सोमवार ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੋਇਆ ਕਰਦਾ ਉਹ 7 ਤੋਂ 8 ਹੈ ਔਰ ਮੈਂ ਹਮੇਸ਼ਾ ਤੁਹਾਨੂੰ ਤਾਕੀਦ ਕਰਦਾ ਕਿ ਤੁਹਾਡੇ ਫੀਡਬੈਕ ਦੀ ਔਰ ਤੁਹਾਡੇ ਸਵਾਲਾਂ ਦੀ ਤੁਹਾਡੀ ਸੁਝਾਅ ਦੀ ਹਮੇਸ਼ਾ ਸਾਨੂੰ ਜ਼ਰੂਰਤ ਰਹਿੰਦੀ ਹੈ ਤਾਂ ਕਿ ਅਸੀਂ ਹੋਰ ਕੁਝ ਨਵਾਂ ਔਰ ਵਿਲੱਖਣ ਕਰ ਸਕੀਏ ਜਿਹਦੇ ਨਾਲ ਕਮਿਊਨਿਟੀ ਨੂੰ ਕੋਈ ਫਾਇਦਾ ਹੋ ਸਕੇ ਜਾਂ ਆਥੈਂਟਿਕ ਚੀਜ਼ਾਂ ਤੁਹਾਡੀ ਨਜ਼ਰ ਕਰ ਸਕੀਏ ਜਿਹਦੇ ਨਾਲ ਅਵੇਅਰਨੈਸ ਜਾਗਰੂਕਤਾ ਫੈਲ ਸਕੇ ਔਰ 905 790 9099 ਸਟੂਡੀਓ ਦਾ ਨੰਬਰ ਹੈ ਔਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਸਾਨੂੰ ਕਾਲ ਕਰਕੇ ਆਪਣੀ ਫੀਡਬੈਕ ਦੇ ਸਕਦੇ ਆ ਪ੍ਰੋਗਰਾਮ ਨੂੰ ਦੇਖਣ ਦੇ ਲਈ ਤੁਸੀਂ ਫੇਸਬੁੱਕ ਦੇ ਉੱਪਰ ਵੀ ਜਾ ਸਕਦੇ ਆ ਫੇਸਬੁੱਕ ਦੇ ਉੱਪਰ ਤੁਸੀਂ ਸਰਚ ਕਰੋ ਵਿਜ਼ਨ ਪੰਜਾਬ ਟੀਵੀ ਕੈਨੇਡਾ ਔਰ ਤੁਸੀਂ ਲਾਈਵ ਜਿਹੜੇ ਸ਼ੋਅ ਚੱਲ ਰਹੇ ਨੇ ਚਾਹੇ ਉਹ ਕੈਨੇਡਾ ਤੋਂ ਆ ਚਾਹੇ ਉਹ ਇੰਡੀਆ ਤੋਂ ਆ ਚਾਹੇ ਹੋਰ ਕਿਸੇ ਵੀ ਸਟੂਡੀਓਜ਼ ਦੇ ਉੱਪਰ ਸਾਡੇ ਪ੍ਰੋਗਰਾਮ ਜਿਹੜੇ ਚੱਲ ਰਹੇ ਆ ਸਾਰੇ ਦੇ ਸਾਰੇ ਲਿੰਕ ਉੱਥੇ ਮੌਜੂਦ ਹੈ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਮਾਨਯੋਗ ਦੀਪਕ ਆਨੰਦ ਜੀ ਜੋ ਕਿ ਐਮਪੀਪੀ ਨੇ ਔਰ ਜੋ ਮੌਜੂਦਾ ਸਰਕਾਰ ਹੈ ਉਹਨਾਂ ਦੇ ਐਮਪੀਪੀ ਹੈ ਔਰ ਇਹਨਾਂ ਦੇ ਹੱਥ ਵਸ ਕਾਫੀ ਚੀਜ਼ਾਂ ਤੁਸੀਂ ਸਵਾਲ ਕਰੋ ਔਰ ਪੁੱਛੋ ਵੀ ਸਾਡੇ ਕੰਮ ਕਿਉਂ ਨਹੀਂ ਹੋ ਰਹੇ ਔਰ ਜੇ ਹੋਏ ਆ ਤਾਂ ਉਹਨਾਂ ਦਾ ਧੰਨਵਾਦ ਵੀ ਕਰ ਦਿਓ ਸੋ ਆਓ ਫਿਰ ਤੋਂ ਸਵਾਗਤ ਕਰਦੇ ਹਾਂ ਦੀਪਕ ਜੀ ਦਾ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਚਰਚਾ ਕਰੀਏ ਇੱਕ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਕਿ ਪਿਛਲੇ ਸਰਕਾਰਾਂ ਦੀ ਗੱਲ ਕਰੀਏ ਜਾਂ ਹੋਰ ਸਰਕਾਰਾਂ ਦੀ ਗੱਲ ਕਰੀਏ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਮੁੱਦਾ ਹਾਥੀ ਵਰਗਾ ਜਿਹੜਾ ਵਿਰਾਟ ਰੂਪ ਜਿਹੜਾ ਧਾਰਨ ਕਰੀ ਬੈਠਾ ਹੈ ਉਹ ਹੈ ਆਟੋ ਇੰਸ਼ੋਰੈਂਸ ਔਰ ਆਟੋ ਇੰਸ਼ੋਰੈਂਸ ਬਾਰੇ ਵੀ ਮੈਂ ਤੁਹਾਡੇ ਨਾਲ ਚਰਚਾ ਕਰੂੰਗਾ ਉਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਵੱਡਾ ਮੁੱਦਾ ਉਹ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਇੱਥੇ ਲੁੱਟ ਖਸੁੱਟ ਹੁੰਦੀ ਆ ਔਰ ਉਸ ਤੋਂ ਬਾਅਦ ਜੇ ਆਪਾਂ ਕਹੀਏ ਵੀ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦੇ ਆ
ਉਹਨਾਂ ਨੂੰ ਰਹਿਣ ਸਹਿਣ ਦਾ ਜਿਹੜਾ ਚੰਗਾ ਯੋਗ ਜਿਹੜੇ ਸਾਧਨ ਮਿਲਣੇ ਚਾਹੀਦੇ ਆ ਉਹ ਸਾਡੀ ਪ੍ਰੋਵਿੰਸ ਵੱਲੋਂ ਸ਼ਾਇਦ ਨਹੀਂ ਮੁਹੱਈਆ ਕਰਵਾਏ ਜਾਂਦੇ। ਔਰ ਪ੍ਰੋਵਿੰਸ ਦਾ ਜਿਹੜਾ ਯੋਗਦਾਨ ਇਹ ਵੀ ਹੈ ਕਿ ਜਿਹੜੇ ਇੱਥੇ ਸਕੂਲ ਔਰ ਜਿਹੜੇ ਕਾਲਜਸ ਖੁੱਲ੍ਹੇ ਆ ਪ੍ਰਾਈਵੇਟ, ਉਹ ਦੁਕਾਨਾਂ ਦਾ ਰੂਪ ਧਾਰਨ ਕਰ ਚੁੱਕੇ ਆ। ਦੁਕਾਨਾਂ ਹੁੰਦੀਆਂ ਨਾ ਛੋਟੀਆਂ ਛੋਟੀਆਂ, ਜਿਵੇਂ ਫੜੀ ਮਾਰਕੀਟ 'ਚ ਉਵੇਂ ਦੁਕਾਨਾਂ ਜਿਹੜੀਆਂ ਖੁੱਲ੍ਹ ਚੁੱਕੀਆਂ, ਔਰ ਅਪਰੂਵਲ ਦੇਣ ਵਾਲੇ ਵੀ ਤੁਸੀਂ ਔਰ ਤੁਹਾਡੀ ਸਰਕਾਰਾਂ ਨੇ ਅਪਰੂਵਲ ਦਿੱਤੀ ਆ ਉਹਨਾਂ ਨੂੰ, ਚਾਹੇ ਉਹ ਸਕੂਲ ਹੋਣ ਚਾਹੇ ਕਾਲਜਸ ਹੋਣ, ਜਿਹਦੇ ਕਰਕੇ ਇੰਟਰਨੈਸ਼ਨਲ ਸਟੂਡੈਂਟ ਧੜਾ ਇੱਥੇ ਮੰਗਾਏ ਜਾਂਦੇ ਆ। ਔਰ ਮੈਂ ਇੱਕ ਹੋਰ ਉਹਦੇ ਵਿੱਚ ਇਜ਼ਾਫਾ ਕਰਨਾ ਚਾਹੁੰਦਾ ਕਿ ਜਿਹੜੇ ਉਹ ਸਕੂਲ ਹੈ ਜਾਂ ਦੁਕਾਨਾਂ ਨੇ ਉਹ ਉਹਨਾਂ ਨੂੰ ਬੁਲਾ ਲੈਂਦੇ ਆ, ਕੋਰਸ ਵੀ ਮਿਲ ਜਾਂਦਾ, ਪੜ੍ਹਾਈ ਵੀ ਕਰ ਲੈਂਦੇ ਆ, ਪਰ ਜਦੋਂ ਬੱਚੇ ਨੂੰ ਪਤਾ ਲੱਗਦਾ ਕਿ ਇੱਥੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ, ਤਾਂ ਉਦੋਂ ਵਿਚਾਰੇ ਬੜੇ ਸ਼ੌਕ ਹੁੰਦੇ ਆ, ਬੜੇ ਸਰਪ੍ਰਾਈਜ਼ ਹੁੰਦੇ ਆ ਵੀ ਇਹ ਕੀ ਬਣਨਾ ਹੁਣ ਮੇਰਾ। ਤੁਸੀਂ ਕੁਝ ਇਸ ਤਰ੍ਹਾਂ ਦਾ ਮੈਨੂੰ ਦੱਸੋ ਕਿ ਤੁਹਾਡਾ ਕੋਈ ਪਲਾਨ ਹੈ ਕਿ ਇਹਨਾਂ ਜਿਹੜੀਆਂ ਇਹ ਸਕੂਲ ਕਾਲਜਾਂ ਵਰਗੀਆਂ ਦੁਕਾਨਾਂ ਖੁੱਲ੍ਹੀਆਂ ਇਹਨਾਂ ਉੱਪਰ ਕੁਝ ਕੰਜਾ ਕੱਸਿਆ ਜਾ ਸਕਦਾ, ਕਿਉਂਕਿ ਫੈਡਰਲ ਇਸ਼ੂ ਤਾਂ ਹੈ ਨਹੀਂ, ਪ੍ਰੋਵਿੰਸ਼ੀਅਲ ਹੈਗਾ, ਤੇ ਮੈਨੂੰ ਉਮੀਦ ਆ ਕਿ ਤੁਸੀਂ ਕੁਝ ਨਾ ਕੁਝ ਸੋਲੂਸ਼ਨ ਇਹਦਾ ਕੱਢੋਗੇ। ਜੀ ਐਡੀ ਵੱਡੀ ਖਿਚੜੀ ਤੁਸੀਂ ਇਕੱਠੀ ਕਰਕੇ ਪਾਤੀ ਹੈ ਕਿ ਮੇਰੇ ਤੇ ਮੈਂ ਪਹਿਲਾਂ ਤਾਂ ਮੈਨੂੰ ਤਾਂ ਕੱਢਣ ਨੂੰ ਅਲੱਗ-ਅਲੱਗ ਕਰਨ ਕਈ ਸਾਰੇ ਇਸ਼ੂ ਤੁਸੀਂ ਲੈ ਕੇ ਆਏ ਹੈਗੇ। ਪਹਿਲਾ ਇਸ਼ੂ ਤੁਸੀਂ ਲੈ ਕੇ ਆਏ ਹੈ ਕਿ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਨੇ ਤੁਹਾਡਾ ਇਹ ਹੈਗਾ ਕਿ ਦੇਰ ਆਰ ਹਿਊਜ ਨੰਬਰ, ਬਹੁਤ ਵੱਡਾ ਨੰਬਰ ਹੈਗਾ। ਸੋ ਅਗੇਨ ਇਹ ਜਿਹੜਾ ਵੱਡਾ ਨੰਬਰ ਹੈਗਾ, ਆਪਣੀ ਇੱਕ ਪ੍ਰਾਈਮ ਮਿਨਿਸਟਰ ਟਰੂਡੋ ਨੇ ਇੱਕ ਸਟ੍ਰੈਟਜੀ ਰਿਲੀਜ਼ ਕੀਤੀ ਸੀ 2017 ਦੇ ਵਿੱਚ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 5 ਲੱਖ ਸਟੂਡੈਂਟ ਲੈ ਕੇ ਆਉਣਗੇ ਜੀ। ਸੋ ਇਟ ਵਾਸ ਪਾਰਟ ਆਫ ਦੈਟ ਸਟ੍ਰੈਟਜੀ ਐਟ ਦੈਟ ਪੁਆਇੰਟ ਆਫ ਟਾਈਮ। and ਤੁਹਾਨੂੰ ਪਤਾ 2019 ਚ ਇਲੈਕਸ਼ਨ ਹੋਏ ਨੇ, ਪਰ ਚੰਗੀ ਉਹਨਾਂ ਨੂੰ ਹੁੰਗਾਰਾ ਮਿਲਿਆ ਹੈਗਾ। ਸੋ ਵੀ ਨੀਡ ਟੂ ਅੰਡਰਸਟੈਂਡ, ਜਦ ਅਸੀਂ ਐਜ਼ ਏ ਪਬਲਿਕ, ਸਾਡੀ ਇੱਕ ਛੋਟੀ ਜਿਹੀ ਮੈਂ ਇਹ ਨਹੀਂ ਕਹਾਂਗਾ ਕਿ ਸਾਡੀ ਕਮੀ ਹੈਗੀ, ਪਰ ਕਿਤੇ ਨਾ ਕਿਤੇ ਅਸੀਂ ਲਾਸਟ ਮਿੰਟ ਤੇ ਜਾ ਕੇ ਰਿਐਕਟ ਕਰਦੇ ਹੈਗੇ। ਅੱਛਾ, ਜਦ ਉਹ ਸਟ੍ਰੈਟਜੀ ਲੈ ਕੇ ਆਏ ਸੀ ਵੀ ਅਸੀਂ 5 ਲੱਖ ਬੱਚੇ, ਹਾਲਾਂਕਿ ਇਸ ਵਕਤ 6,15,000 ਬੱਚੇ ਮੇਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਆ ਚੁੱਕੇ ਨੇ ਜੀ। ਸੋ ਇਹ ਪਹਿਲਾ ਇਸ਼ੂ ਹੈਗਾ ਤੁਹਾਡਾ ਨੰਬਰ ਦਾ, ਕਿਉਂਕਿ ਜਦ ਤੱਕ ਬੱਚੇ ਨੂੰ ਵੀਜ਼ਾ ਨਹੀਂ ਮਿਲਦਾ ਬੱਚਾ ਇੱਥੇ ਆ ਨਹੀਂ ਸਕਦਾ। ਬਿਲਕੁਲ ਠੀਕ ਹੈ। ਸੋ ਦੈਟ ਇਜ਼ ਨੰਬਰ 1 ਇਸ਼ੂ, ਜਿਹਦੇ ਵਿੱਚ ਆਪਾਂ ਨੂੰ ਇਹ ਕਰਨਾ ਚਾਹੀਦਾ ਹੈਗਾ ਕਿਤੇ ਨਾ ਕਿਤੇ ਵੀ ਨੀਡ ਟੂ ਰੀਚ ਆਊਟ ਟੂ ਆਰ ਐਮਪੀਜ਼ ਆਫਿਸ ਐਂਡ ਵੀ ਨੀਡ ਟੂ ਟੈਲ them ਕਿ ਵੀ ਭਾਈ ਸਲੋ ਡਾਊਨ, ਠੀਕ ਹੈ, ਸਲੋ ਡਾਊਨ ਜੀ। ਸੋ ਦੈਟਸ ਪਹਿਲਾ ਮੁੱਦਾ। ਦੂਜਾ ਮੁੱਦਾ ਜਿਹੜਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਜੁੜਿਆ ਹੈਗਾ, ਤੁਸੀਂ ਕਿਹਾ ਜਿਹੜਾ ਕਿ ਕਮਰਿਆਂ 'ਚ ਸਕੂਲ ਖੁੱਲ੍ਹੇ ਹੋਏ। ਆਈ ਐਕਚੁਅਲੀ ਹੈਵ ਸਪੋਕਨ, ਤੁਹਾਡੇ ਇੱਕ ਹੋਰ ਮੀਡੀਆ ਅਦਾਰੇ ਨੇ ਮੈਨੂੰ ਪਿਛਲੇ ਕੋਵਿਡ ਤੋਂ ਜਸਟ ਪਹਿਲਾਂ ਕਾਲ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਵੀ ਨੀਡ ਟੂ ਦੇਰ ਇਜ਼ ਅ ਪ੍ਰੋਬਲਮ ਜੀ। ਤੇ ਮੈਂ ਇੱਕ ਚੀਜ਼ ਦੱਸਾਂ, ਐਜ਼ ਅ ਪੋਲੀਟੀਸ਼ੀਅਨ ਸਾਨੂੰ ਇਹ ਤੋਂ ਵਧੀਆ ਕੋਈ ਚੀਜ਼ ਨਹੀਂ, ਸਾਨੂੰ ਕੋਈ ਇਸ਼ੂ ਮਿਲੇ ਸੀ ਜਿਸ ਤੇ ਅਸੀਂ ਕੰਮ ਕਰ ਸਕੀਏ। ਬਿਲਕੁਲ ਠੀਕ ਹੈ। ਸੋ ਆਈ ਡਿਡ ਰਿਸਪੌਂਡਡ ਐਂਡ ਆਈ ਸੈਡ ਐਬਸੋਲੂਟਲੀ ਆਈ ਐਮ ਵਿਲਿੰਗ ਟੂ ਵਰਕ, ਲੈਟਸ ਵਰਕ ਟੁਗੇਦਰ। ਹਾਊਐਵਰ ਆਈ ਹੈਵ ਟੂ ਕਨਫੈਸ ਜੀ, ਕੋਵਿਡ-19 ਦੇ ਚੱਕਰ 'ਚ ਸਾਰਾ ਕੁਝ ਸਾਡਾ ਠੱਪ ਹੋ ਗਿਆ। ਅਸੀਂ ਸਿਰਫ ਕੋਵਿਡ-19 ਦੇ ਉੱਤੇ ਕਨਸੈਂਟਰੇਟ, ਮਤਲਬ ਤੁਹਾਡਾ ਜਿਹੜਾ ਇਹਦੇ ਉੱਪਰ ਆਲਰੇਡੀ ਕੰਮ ਚੱਲ ਰਿਹਾ ਸੀ ਜੀ। So again, through you, I want to say that if you want to get involved as a media, it will be a pleasure. Let's put together resources. ਜਿਹੜੇ ਵੀ ਤੁਹਾਨੂੰ colleges ਲੱਗਦੇ ਨੇ, those who are not doing the job of a teaching, those who are not doing the job of a mandated on the paper through the government, I promise you, we will go. We not just complain, we will do a full proper review. ਉਹ proper minister ਦੇ ਵਿੱਚ not just ਉਹਨਾਂ ਨੂੰ ਕਹਿਣਾ ਵੀ ਆਹ ਪ੍ਰੋਬਲਮ ਹੈ, but follow up ਕਰਾਂਗੇ, support ਦੇਵਾਂਗੇ ਜੀ। So I'm happy to do, ਮਤਲਬ ਇਹਨਾਂ ਦੁਕਾਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕਦਾ ਹੈ। ਬਿਲਕੁਲ। ਔਰ ਇੱਕ ਮਾਫ ਕਰਨਾ, ਮੈਂ ਤੁਹਾਡੀ ਗੱਲ ਕੱਟ ਰਿਹਾ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ ਇਸ ਪੁਆਇੰਟ ਨੂੰ, ਕਿ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ, ਹੁਣ ਇਹ ਤਾਂ ਤੁਸੀਂ ਗੱਲ ਕਲੀਅਰ ਕੀਤੀ ਹੈ ਕਿ ਜਿਹੜਾ ਇਹ ਮਾਨਯੋਗ ਟਰੂਡੋ ਹੋਣਾ ਨੇ ਕਿਹਾ ਸੀ ਕਿ ਵੀ ਅਸੀਂ 5 ਲੱਖ ਸਟੂਡੈਂਟ ਅਸੀਂ ਬੁਲਾਵਾਂਗੇ, ਲੇਕਿਨ ਜਦੋਂ ਅਸੀਂ ਆਪਣੇ ਪ੍ਰੋਵਿੰਸ ਦੀ ਗੱਲ ਕਰੀਏ, ਪ੍ਰੋਵਿੰਸ ਦੇ ਕਾਲਜਸ ਦੇ ਉੱਪਰ, ਸਕੂਲਸ ਦੇ ਉੱਪਰ ਸਾਡਾ ਕੰਟਰੋਲ ਹੈ, ਮਤਲਬ ਤੁਹਾਡੀ ਗਵਰਨਮੈਂਟ ਦਾ, ਤੁਹਾਡੀ ਸਰਕਾਰ ਦਾ ਕੰਟਰੋਲ ਹੈ, ਲੇਕਿਨ ਤੁਹਾਡੀ ਸਰਕਾਰ ਕਿਤੇ ਨਾ ਕਿਤੇ ਸਖਤ ਕਦਮ ਤਾਂ ਉਠਾ ਸਕਦੀ ਹੈ ਨਾ ਕਿ ਵੀ ਅਸੀਂ ਇਸ ਸਕੂਲ ਜਾਂ ਕਾਲਜ ਦੇ ਵਿੱਚ ਜੇ ਲਿਮਿਟ ਤੋਂ ਜ਼ਿਆਦਾ ਵਿਦਿਆਰਥੀ ਅਸੀਂ ਦੇਖ ਲਏ ਤਾਂ ਅਸੀਂ ਇਹਨਾਂ ਦੀ ਤੁਹਾਡੀ ਅਪਰੂਵਲ ਰੱਦ ਕਰਾਂਗੇ। Just to understand, make it understand, ਲਿਮਿਟ ਸੈੱਟ ਕੀਤੀ ਜਾਂਦੀ ਹੈ। ਫॉर ਐਗਜ਼ਾਮਪਲ ਜਿਹੜੇ ਸਟੈਨਫੋਰਡ ਕਾਲਜ ਦੀ ਗੱਲ ਕਰੀਏ, ਉਹਦੇ ਵਿੱਚ 2200 ਲਿਮਿਟ ਹੈਗੀ ਹੈ। ਅੱਛਾ। ਐਂਡ ਦੇ ਕੈਨ ਨਾਟ ਰਿਕਰੂਟ ਐਨਰੋਲ ਮੋਰ ਦੈਨ 2200, ਦੇ ਡੋਂਟ। ਅੱਛਾ। ਸੋ ਲਿਮਿਟ ਜਿਹੜੀ ਸੈੱਟ ਕੀਤੀ ਗਈ ਹੈ ਉਹਨੇ ਹੀ ਆ ਰਹੇ ਨੇ। ਠੀਕ ਹੈ। ਜਿਹੜੀ ਤੁਹਾਡੀ ਇਸ਼ੂ ਹੈਗੀ ਹੈ ਉਹ ਇਹ ਹੈਗੀ, ਕਈ ਵਾਰੀ ਹੋ ਜਾਂਦਾ ਆਪਾਂ ਜਿਹੜਾ ਨੰਬਰ ਵੱਡਾ ਇਸ ਕਰਕੇ ਵੀ ਦਿਸਦਾ ਹੈ, ਜਦ ਬੱਚੇ ਇੱਥੇ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਹੈਗਾ, ਉਹ ਸਟੂਡੈਂਟ ਨਹੀਂ ਰਹਿ ਜਾਂਦੇ। ਅੱਛਾ। ਪਰ ਉਹ ਸਾਨੂੰ ਦੇਖੋ
ਕਿਸੇ ਵੀ ਬੱਚੇ ਦੇ ਬੈਚ ਨਹੀਂ ਲੱਗਾ ਹੋਇਆ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ। ਬਿਲਕੁਲ ਠੀਕ ਹੈ। ਤੁਸੀਂ ਕਿਵੇਂ ਸੋਚਦੇ, ਤੁਸੀਂ ਏਜ ਗਰੁੱਪ ਨੂੰ ਲੈ ਕੇ ਚੱਲਦੇ ਹੋ ਤੇ ਏਜ ਗਰੁੱਪ ਤੇ ਲੁੱਕ ਜਿਹੜੀ ਹੈਗੀ, ਕਿਉਂਕਿ ਆਪਣੇ ਪੰਜਾਬੀਆਂ ਦੀ ਲੁੱਕ ਹੈਗੀ, ਜੇ ਆਪਣੇ ਬੱਚੇ ਜਿਹੜੇ ਨੇ ਇੱਥੇ ਦੇ ਬਾਹਰ ਨੇ ਉਹ ਹੈਗੇ ਨੇ ਜਾਂ ਜਿਹੜੇ ਬਾਹਰੋਂ ਆਏ ਨੇ ਏਜ ਗਰੁੱਪ ਦੇ, ਤੁਸੀਂ ਸੋਚ ਲੈਂਦੇ ਵੀ ਯਾਰ ਟੋਟਲ ਬੱਚੇ ਨਾਰਮਲੀ ਜੇ ਇੱਥੇ 100 ਹੋਣੇ ਚਾਹੀਦੇ ਸੀ ਆਪਣੇ, ਤੇ ਜੇ ਆਪਾਂ ਨੂੰ 200 ਦਿਸ ਰਹੇ ਇਹਦਾ ਮਤਲਬ 100 ਜਿਹੜੇ ਨੇ ਬਾਹਰੋਂ ਆਏ ਨੇ ਜੀ, ਠੀਕ ਹੈ ਨਾ। So when you look at the number, you are actually including the number of the people who are actually on the work permit also. ਜੀ। So ਜਿੰਨਾ ਕੋਟਾ, ਜਿੰਨਾ ਨੰਬਰ ਹਰ ਕਾਲਜ ਨੂੰ ਦਿੱਤਾ ਹੋਇਆ ਐਨਰੋਲ ਕਰਨ ਦਾ, ਉਹਨੇ ਹੀ ਕਰਦੇ ਨੇ, ਉਸ ਤੋਂ ਜ਼ਿਆਦਾ ਉਹ ਕਰ ਹੀ ਨਹੀਂ ਸਕਦੇ ਜੀ। So that's the number one point. ਤੁਸੀਂ ਇੱਕ ਤੀਜੀ ਜਿਹੜੀ ਗੱਲ ਕੀਤੀ ਸੀ ਕਿ ਵੀ ਬੱਚਾ ਇੱਥੇ ਆਂਦਾ ਹੈਗਾ, ਜੀ, ਬੱਚਾ ਇੱਥੇ ਆਂਦਾ ਹੈਗਾ ਤੇ ਉਹ ਐਡਮਿਸ਼ਨ ਲੈ ਲੈਂਦਾ ਹੈ, ਐਡਮਿਸ਼ਨ ਤੋਂ ਬਾਅਦ ਕੋਰਸ ਪੂਰਾ ਕਰ ਲੈਂਦਾ ਜੀ। ਹੈ, ਕੋਰਸ ਪੂਰਾ ਕਰਨ ਤੋਂ ਬਾਅਦ ਉਹਨੂੰ ਪਤਾ ਲੱਗਦਾ ਮੈਂ ਤਾਂ ਇਹ ਵਰਕ ਪਰਮਿਟ ਮਿਲ ਨਹੀਂ ਸਕਦਾ। ਬਿਲਕੁਲ। ਤੁਸੀਂ ਕੰਸਟਰਕਸ਼ਨ ਬਿਜ਼ਨਸ ਚੋਂ ਜੀ, ਠੀਕ ਹੈ, ਜਾਂ ਮੇਰੇ ਭੈਣ ਭਰਾ ਜਿਹੜੇ ਦੂਜੇ ਕਿਸੇ ਕੰਮ ਚ ਜਿੱਥੇ ਕੁਝ ਵੀ ਬਾਈ ਕਰਦੇ ਨੇ ਜੀ, ਜਦ ਤੁਸੀਂ ਬਾਈ ਕਰਦੇ ਹੋ, ਤੁਸੀਂ ਬਾਈ ਕਰਨ ਤੋਂ ਪਹਿਲਾਂ ਸੋਚਦੇ ਹੋ, 10 ਜਗ੍ਹਾ ਪੁੱਛਦੇ ਹੋ, ਦੇਖਦੇ ਹੋ ਜੀ। ਤੁਸੀਂ ਕਹਿੰਦੇ ਹੋ ਵੀ ਜੇ ਮੈਂ ਆਹ ਟੀਵੀ ਲਿੱਤਾ ਜਿਸ ਤੇ $2000 ਦਾ ਟੀਵੀ ਹੈ, ਇਹਦੇ ਚ ਕਰਵ ਹੋਣਾ ਚਾਹੀਦਾ ਹੈ, 4K ਹੋਣਾ ਚਾਹੀਦਾ ਹੈ, ਇਹ ਸਭ ਕੁਝ ਹੋਣਾ ਚਾਹੀਦਾ, ਚੈੱਕ ਕਰਦੇ ਹੋ, ਫਿਰ ਉੱਥੇ ਸਪੈਸੀਫਿਕੇਸ਼ਨ ਵੀ ਹੁੰਦੀ ਹੈ, ਬਿਲਕੁਲ ਨਹੀਂ ਲੈਂਦੇ। ਸੇਮ ਵੇ ਬੱਚਿਆਂ ਦੀ ਗੱਲ ਕਰੀਏ, ਸਾਡੇ ਕਲਚਰ ਦੇ ਵਿੱਚ ਸਾਨੂੰ ਬੱਚੇ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਨੇ। ਆਪਾਂ ਕਹਿੰਦੇ ਨਾ ਕੋਈ ਸ਼ੱਕ ਨਹੀਂ, ਬੱਚਿਆਂ ਵਾਸਤੇ ਅਸੀਂ ਇੱਥੇ ਆਏ ਹਾਂ, ਬੱਚਿਆਂ ਵਾਸਤੇ ਇਹ ਕਰਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੋਲ ਛਾਤੀ ਤੇ ਰੱਖਦੇ ਹਾਂ, ਕਰਦੇ ਹਾਂ ਨਾ ਜੀ। ਫਿਰ ਉਹਨਾਂ ਹੀ ਬੱਚਿਆਂ ਨੂੰ ਜਦ ਉੱਥੋਂ ਦੇ ਲੋਕ ਪੇਰੈਂਟਸ ਐਂਡ ਇੱਥੇ ਇਹ ਮੈਂ ਕਹਾਂਗਾ, ਮੈਂ ਸਿੱਧੇ ਤੌਰ ਤੇ ਕਹਾਂਗਾ, ਆਈ ਵਾਂਟ ਟੂ ਸੇ ਟੂ ਦ ਪੇਰੈਂਟਸ ਕਿ ਇਹ ਤੁਹਾਡੀ ਰਿਸਪਾਂਸਿਬਿਲਿਟੀ ਹੈ। ਜਦ ਤੁਹਾਡਾ ਬੱਚਾ ਐਡਮਿਸ਼ਨ ਲੈ ਰਿਹਾ ਹੈਗਾ, ਜੀ, ਜੀ, ਤੁਸੀਂ 25-30 ਲੱਖ ਰੁਪਏ ਵੀ ਲਾਉਂਦੇ ਹੋ, ਆਪਣੇ ਕਿੱਲੇ ਵੀ ਵੇਚਦੇ ਹੋ, ਪਤਾ ਨਹੀਂ ਕੀ ਮੁਸ਼ਕਲਾਂ ਕਰਦੇ ਹੈਗੇ, ਉਸ ਵਕਤ ਆਪਣੇ ਬੱਚੇ ਨੂੰ ਐਡਮਿਸ਼ਨ ਦਿਵਾਉਣ ਤੋਂ ਪਹਿਲਾਂ ਮੇਕ ਸ਼ੋਰ ਕਰੋ ਕਿ ਕਾਲਜ ਵਧੀਆ, ਮੇਕ ਸ਼ੋਰ ਕਰੋ ਕਿ ਤੁਹਾਡਾ ਬੱਚਾ ਪ੍ਰਿਪੇਅਰਡ ਹੈ। ਜੀ। ਹੁੰਦਾ ਕੀ ਹੈ ਮੋਸਟਲੀ ਰਮਨਜੀ, ਐਂਡ ਆਈ ਐਮ ਸੌਰੀ ਟੂ ਸੇ ਦਿਸ, ਕਈ ਵਾਰੀ ਹੁੰਦਾ ਕੀ ਹੈ ਉਹਨਾਂ ਦਾ ਬੱਚਾ ਕੁਆਲੀਫਾਈਡ ਨਹੀਂ ਹੁੰਦਾ, ਉਹ ਕਹਿੰਦੇ ਜਿਵੇਂ ਤਿਵੇਂ ਮਰਜ਼ੀ ਭੇਜ ਦਿਓ, ਪਹੁੰਚ ਜਾ। ਹਾਊ ਇਜ਼ ਇਟ ਪੋਸੀਬਲ? ਜਿਸ ਬੱਚੇ ਨੂੰ ਤੁਸੀਂ ਦਿਲ ਦੇ ਲਾਗੇ ਲਗਾ ਕੇ ਰੱਖਦੇ ਹੋ, ਤੁਹਾਨੂੰ ਜਿਵੇਂ ਤਿਵੇਂ ਕਿਉਂ ਭੇਜਦੇ ਹੋ? ਖੂਚ ਧੱਕਾ ਦੇਣ ਵਾਲੀ ਗੱਲ ਹੈ। ਇਹੋ ਜਿਹਾ ਕੋਈ ਸਵਰਗ ਨਹੀਂ ਹੈਗਾ ਇਹ ਕਿ ਵੀ ਤੁਸੀਂ ਇੱਥੇ ਆ ਕੇ ਬੱਚੇ ਨੇ ਸੋਨੇ ਦਾ ਬਣ ਜਾਣਾ ਹੈ। ਔਰ ਇਸੇ ਕਰਕੇ ਕਈ ਵਾਰੀ ਬੜੀ ਪਰੇਸ਼ਾਨੀਆਂ ਵੀ ਆਉਂਦੀਆਂ ਨੇ। ਮੈਨੂੰ ਇਹ ਵੀ ਸੁਣਨ ਚ ਮਿਲਿਆ ਹੈਗਾ, ਮੈਨੂੰ ਪਤਾ ਵੀ ਹੈਗਾ ਇਸ ਚੀਜ਼ ਦਾ ਕਿ ਕੁਝ ਬੱਚੇ ਪੇਰੈਂਟਸ ਇਹ ਕਹਿੰਦੇ ਜੀ ਜੇ $100 ਫੀਸ ਹੈਗੀ ਪਹਿਲੇ ਸਮੈਸਟਰ ਦੀ, ਤੂੰ 100 ਲੈ ਜਾ, ਬਾਕੀ ਉੱਥੋਂ ਕਮਾਵੀਂ। ਤੁਸੀਂ ਕਦੀ ਇਹ ਸੋਚਿਆ ਕਿ ਅਗਰ ਬੱਚਾ ਨਹੀਂ ਕਮਾ ਸਕੇਗਾ, ਬੱਚੇ ਤੁਸੀਂ ਪੜ੍ਹਾਈ ਕਰਨ ਵਾਸਤੇ ਭੇਜ ਰਹੇ ਹੋ ਜਾਂ ਬੱਚੇ ਤੁਸੀਂ ਜੌਬ ਕਰਨ ਵਾਸਤੇ ਭੇਜ ਰਹੇ ਹੋ? ਮਜ਼ਦੂਰ ਬਣਾ ਕੇ ਭੇਜਣ ਵਾਲੀ ਗੱਲ। ਸੋ ਜੋ ਇੱਕ ਮੈਂ ਤੁਹਾਡਾ ਇਸ ਜੋ ਤੁਸੀਂ ਪੁਆਇੰਟ ਰੱਖਿਆ ਨਾ, ਤੁਹਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਹੈ, ਲੇਕਿਨ ਮੈਂ ਇੱਕ ਹੋਰ ਚੀਜ਼ ਇਹਦੇ ਵਿੱਚ ਐਡ ਕਰਨੀ ਚਾਹਣਾ। ਜਿਹੜੇ ਝੋਲਾ ਛਾਪ ਅਖੌਤੀ ਸੋ ਕਾਲਡ ਜਿਹੜੇ ਏਜੰਟ ਸਾਡੇ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਕੋਨੇ 'ਚ ਬੈਠੇ ਆ, ਉਹੀ ਸਾਨੂੰ ਜਾਂ ਸਾਡੇ ਪੇਰੈਂਟਸ ਨੂੰ ਗਾਈਡ ਕਰਦੇ। ਮੈਂ ਮਾਫ ਕਰਨਾ, ਮੈਂ ਵੀ ਪਿੰਡਾਂ ਤੋਂ ਬਿਲੋਂਗ ਕਰਦਾ, ਪਿੰਡ ਨੂੰ ਇੱਕ ਨੂੰ ਬਿਲੋਂਗ ਕਰਦਾ। ਪਿੰਡਾਂ ਦੇ ਵਿੱਚ ਸਾਡੇ ਜਿਹੜੇ ਪੇਰੈਂਟਸ ਹੁੰਦੇ, ਸਾਡੇ ਬਜ਼ੁਰਗ ਹੁੰਦੇ ਆ, ਜਿਹੜੇ ਵੱਡੇ ਹੁੰਦੇ ਆ, ਉਹ ਪੜ੍ਹੇ ਲਿਖੇ ਨਹੀਂ ਹੈਗੇ। ਔਰ ਇੰਨੀ ਕੁ ਅਕਲ ਸਾਡੇ ਬੱਚਿਆਂ ਨੂੰ, ਕਿਉਂਕਿ ਉਹ ਮੈਚਿਓਰ ਨਹੀਂ ਹੁੰਦੇ, +2 ਤੋਂ ਬਾਅਦ ਮੈਚਿਓਰਿਟੀ ਨਹੀਂ ਆਉਂਦੀ, ਉਹਨਾਂ ਨੂੰ ਨਹੀਂ ਅਕਲ ਹੁੰਦੀ ਕਿ ਵੀ ਕਿਹੜਾ ਕਾਲਜ ਤੁਹਾਨੂੰ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਵਰਕ ਪਰਮਿਟ ਇਸ਼ੂ ਕਰਕੇ ਦੇਗਾ ਜਾਂ ਨਹੀਂ। ਸਿਰਫ ਤੇ ਸਿਰਫ ਇੰਨਾ ਫੋਕਸ ਹੁੰਦਾ ਕਿ ਕੈਨੇਡਾ ਜਾਣਾ, ਵੀਜ਼ਾ ਆ ਗਿਆ, ਕੈਨੇਡਾ ਜਾਣਾ, ਟਿਕਟ ਲਈ, ਚਲੋ ਵੀ ਪਹੁੰਚ ਗਏ। ਲੇਕਿਨ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਕਿ ਸਾਡੇ ਬਜ਼ੁਰਗਾਂ ਨੂੰ ਜਾਂ ਸਾਡੇ ਜਿਹੜੇ ਪੇਰੈਂਟਸ ਪੜ੍ਹੇ ਲਿਖੇ ਨਹੀਂ ਹੈਗੇ ਔਰ ਜਿਹੜੇ ਪਿੰਡਾਂ ਤੋਂ ਉੱਠ ਕੇ ਬੱਚੇ ਇੱਥੇ ਆਉਂਦੇ ਆ, ਉਹਨਾਂ ਨੂੰ ਦਿੱਕਤ ਜ਼ਿਆਦਾ ਆਉਂਦੀ ਹੈ ਇੱਥੇ। ਜਿਹੜੇ ਕੋਈ ਚੰਡੀਗੜ੍ਹ ਜਾਂ ਮੈਟਰੋਪੋਲੀਟਨ ਸਿਟੀ ਦੇ ਵਿੱਚੋਂ ਆਉਂਦੇ ਆ, ਸ਼ਾਇਦ ਉਹਨਾਂ ਨੂੰ ਦਿੱਕਤ ਨਹੀਂ ਆਉਂਦੀ ਔਰ ਆਲਰੇਡੀ ਉਹ ਗੂਗਲ ਤੇ ਸਰਚ ਕਰਦੇ ਆ। ਜੇ ਪਿੰਡਾਂ ਦੀ ਗੱਲ ਕਰੀਏ, ਸਾਡੇ ਤਾਂ ਹਜੇ ਇੰਟਰਨੈਟ ਦੀ ਵੀ ਪ੍ਰੋਪਰ ਸੁਵਿਧਾ ਨਹੀਂ ਹੈ ਜਿੱਥੇ ਅਸੀਂ ਸਰਚ ਕਰ ਸਕੀਏ। ਲੇਕਿਨ ਸਾਡੇ ਸੋ ਕਾਲਡ ਜਿਹੜੇ ਅਖੌਤੀ ਝੋਲਾ ਛਾਪ ਏਜੰਟ ਬੈਠੇ ਆ ਨਾ, ਉਹ ਕਿਤੇ ਨਾ ਕਿਤੇ ਸਾਨੂੰ ਮਿਸਗਾਈਡ ਕਰਦੇ ਆ, ਮਿਸ ਰੀਪ੍ਰੈਜ਼ੈਂਟ ਕਰਦੇ ਆ ਕਿ ਵੀ ਤੁਸੀਂ ਇਸ ਤਰ੍ਹਾਂ ਤਰੀਕੇ ਨਾਲ ਕਰਕੇ ਤੇ ਗੁੱਥੀ ਮੁੱਥੀ ਸੁਲਝਾ ਕੇ ਕੈਨੇਡਾ ਪਹੁੰਚੋ, ਬਸ ਸਵਾਹਾ ਕਰੋ, ਬਸ ਤੁਸੀਂ ਆਪਣਾ ਦੇਖੋ। ਔਰ ਚਲੋ ਇਸ ਵਿਸ਼ੇ ਤੇ ਕਿਤੇ ਫੇਰ ਗੱਲ ਕਰਾਂਗੇ, ਲੇਕਿਨ ਹੋਰ ਵੀ ਕਾਫੀ ਜਿਹੜੇ ਸੈਂਸਿਟਿਵ ਇਸ਼ੂ ਹੈ। ਪਰ ਮੈਂ ਇੱਕ ਜ਼ਰੂਰ ਗੱਲ ਕਰਾਂਗਾ ਕਿ ਅਗਰ ਤੁਹਾਨੂੰ ਪਤਾ ਹੈਗਾ ਕੋਈ ਇਹੋ ਜਿਹਾ ਏਜੰਟ ਹੈਗਾ ਔਰ ਉਸ ਏਜੰਟ ਬਾਰੇ ਗਲਤ ਬੋਲੋ, ਉਸ ਏਜੰਟ ਬਾਰੇ ਰਿਪੋਰਟ ਕਰੋ, ਬਿਲਕੁਲ ਕਰਨਾ ਚਾਹੀਦਾ ਹੈਗਾ। ਔਰ ਕਿਤੇ ਨਾ ਕਿਤੇ ਜਿਹੜੇ ਹੁਣ ਇਹ ਕੋਈ 1980 ਜਾਂ 2000 ਤਾਂ ਹੈ ਨਹੀਂ, ਇਹ 2020 ਹੈਗਾ, ਜਿਹਦੇ ਵਿੱਚ ਆਈ ਬਿਲੀਵ ਹਰ ਬੰਦੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਇੱਥੇ ਜ਼ਰੂਰ ਹੈਗਾ ਜੀ। ਹਾਂ, ਇਹ ਜ਼ਰੂਰ ਹੋ ਜਾਂਦਾ ਕਈ ਵਾਰੀ, ਉਹ ਜਿਹੜਾ ਬੰਦਾ ਇੰਡੀਆ 'ਚ ਬੈਠਾ ਹੈਗਾ ਉਹ ਸੋਚਦਾ ਹੈਗਾ ਇਹਨੇ ਮੇਰੇ ਬੱਚੇ ਨੂੰ ਆਉਣ ਨਹੀਂ ਦੇਣਾ, ਇਸ ਕਰਕੇ ਹੋ ਸਕਦਾ ਹੈ।
ਸੋ ਕਿਤੇ ਨਾ ਕਿਤੇ ਉਹ ਰੈਪੋ ਬਣਾਉਣੀ ਚਾਹੀਦੀ, ਕਿਤੇ ਨਾ ਕਿਤੇ ਸਾਡੇ ਉੱਥੇ ਦੇ ਪੇਰੈਂਟਸ ਨੂੰ ਵੀ ਮੈਂ ਬਾਰ-ਬਾਰ ਰਿਕੁਐਸਟ ਕਰਦਾ, ਜਦ ਵੀ ਮੈਂ ਇੰਡੀਆ ਜਾਂਦਾ ਮੈਂ ਬਹੁਤ ਜ਼ਿਆਦਾ ਮੀਡੀਆ ਚੈਨਲਸ ਤੇ ਜਾ ਕੇ ਇੰਟਰਵਿਊ ਜ਼ਰੂਰ ਦਿੰਦਾ, ਔਰ ਮੈਂ ਸਿਰਫ ਇਸ ਕਰਕੇ ਦਿੰਦਾ ਕਿਉਂਕਿ ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਕਹਿੰਦੇ ਜੀ, ਕਈ ਵਾਰੀ ਮੇਰੇ ਇੱਕ ਬੰਦੇ ਨੇ ਕਿਹਾ ਜੀ ਇੱਥੇ ਤਾਂ ਖੂਹ ਹੈ, ਤੇ ਮੈਂ ਕਹਿੰਦੀ ਜੇ ਖੂਹ ਚੋਂ ਕੱਢ ਕੇ ਵੀ ਟੋਏ ਚ ਪਾ ਲਓਗੇ, ਇਜ਼ ਦੈਟ ਬੈਟਰ? ਸੋ ਕਿਤੇ ਨਾ ਕਿਤੇ ਉਹ ਜ਼ਰੂਰਤ ਹੈਗੀ ਹੈ ਕਿ ਉਹ ਨੱਕ ਨਾਲ ਪਹੁੰਚ ਕੇ ਗੱਲ ਨਾਲ ਲਾਉਣ ਵਾਲਾ ਗੱਲ ਸਾਹਿਬ ਆਪਣੇ ਪੇਰੈਂਟਸ ਨੂੰ ਉੱਥੇ ਥੋੜੀ ਜਿਹੀ ਕੇਅਰ ਕਰਨੀ ਚਾਹੀਦੀ ਹੈ। ਜੀ ਦੀਪਕ ਜੀ, ਆਪਣੇ ਕੋਲ ਸਵਾਲ ਜਿਹੜੇ ਹੋਰ ਵੀ ਬੜੇ ਕਾਫੀ ਨੇ, ਔਰ ਮੈਂ ਚਾਹੁੰਦਾ ਕਿ ਸੰਖੇਪ 'ਚ ਹੀ ਗੱਲ ਕੀਤੀ ਜਾਵੇ। ਮੈਰਿਜੂਆਨਾ ਨੂੰ ਲੈ ਕੇ, ਜਿਹਨੂੰ ਆਪਾਂ ਕੈਨਵਿਸ ਵੀ ਕਹਿੰਦੇ ਆ, ਜੋ ਪੰਜਾਬੀ 'ਚ ਜੇ ਆਪਾਂ ਜਿਹਨੂੰ ਸੁੱਖਾ ਕਹਿੰਦੇ ਆ, ਉਹਨੂੰ ਲੈ ਕੇ ਕਾਫੀ ਜਿਹੜਾ ਮਸਲਾ ਜਿਹੜਾ ਉਹ ਉੱਠਿਆ ਹੋਇਆ, ਔਰ ਸਵਾਲੀਆ ਨਿਸ਼ਾਨ ਖੜੇ ਹੋਏ ਆ ਕਿ ਵੀ ਇਹ ਖੁੱਲ੍ਹਣੇ ਚਾਹੀਦੇ ਆ ਜਾਂ ਨਹੀਂ ਖੁੱਲ੍ਹਣੇ ਚਾਹੀਦੇ। ਜੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਤਾਂ ਸ਼ਾਇਦ ਖੁੱਲ੍ਹਣੇ ਚਾਹੀਦੇ ਆ, ਪਰ ਜੇ ਕਮਿਊਨਿਟੀ ਦੀ ਗੱਲ ਕਰੀਏ ਜਾਂ ਲੋਕਾਚਾਰੀ ਦੀ ਗੱਲ ਕਰੀਏ ਤਾਂ ਜਿਹੜੀਆਂ ਸੰਸਥਾਵਾਂ ਨੇ, ਕੁਝ ਸੰਗਠਨ ਨੇ ਜਿਨ੍ਹਾਂ ਨੇ ਅੱਜ 6 ਵਜੇ ਜਿਹੜਾ ਬੀਤ ਚੁੱਕਿਆ 6 ਵਜੇ ਉਹਨਾਂ ਨੇ ਮੀਟਿੰਗ ਵੀ ਕੀਤੀ ਸੀ, ਵਿਰੋਧ ਕਰਦੇ ਆ ਜਿਹੜੇ ਕਿ ਵੀ ਇਹ ਖੁੱਲ੍ਹਣੇ ਨਹੀਂ ਚਾਹੀਦੇ ਔਰ ਅਸੀਂ ਨਹੀਂ ਖੁੱਲ੍ਹਣ ਦੇਵਾਂਗੇ, ਉਹਦੇ ਬਾਰੇ ਕੋਈ ਖਾਸ ਅਪਡੇਟ ਹੋਵੇ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ। ਦੇਖੋ ਜੀ, ਜਿਹੜੀ ਇਹ ਪ੍ਰੋਵਿੰਸ ਨੇ ਜਦ ਇਹ ਫੈਡਰਲ ਗਵਰਨਮੈਂਟ ਨੇ ਇਹਨੂੰ ਮੈਰਿਜੂਆਨਾ ਨੂੰ ਕੈਨੇਬਸ ਕਹਿੰਦੇ ਨੇ ਉਹਨੂੰ ਜੀ, ਜਦ ਇਹ ਲੀਗਲਾਈਜ਼ ਕੀਤੀ ਸੀ, ਰੀਕ੍ਰੀਏਸ਼ਨਲ ਕੈਨੇਬਸ ਨੂੰ ਲੀਗਲਾਈਜ਼ ਕੀਤੀ ਸੀ, ਉਸ ਵਕਤ ਉਹਨਾਂ ਨੇ ਕਿਹਾ ਸੀਗਾ ਇਹ ਪ੍ਰੋਵਿੰਸ ਤੇ ਉਹਨਾਂ ਨੇ ਪਾਤੀ ਸੀ ਤੇ ਪ੍ਰੋਵਿੰਸ ਨੇ ਅੱਗੇ ਜਾ ਕੇ ਮਿਊਨਿਸਪੈਲਿਟੀ ਤੇ ਥੋਪਤੀ ਸੀ ਕਿ ਜੇ ਤੁਸੀਂ ਡਿਸੀਜਨ ਲਓ, ਅਸੀਂ ਪਿੱਛੇ ਹੋਏ ਨਾ, ਤੁਸੀਂ ਡਿਸੀਜਨ ਲਓ। ਠੀਕ ਹੈ। ਉਸ ਵਕਤ ਚੁਆਇਸ ਸੀਗੀ ਹਰ ਮਿਊਨਿਸਪੈਲਿਟੀ ਦੀ, ਤੁਸੀਂ ਆਪਟ ਇਨ ਕਰ ਸਕਦੇ ਹੋ, ਆਪਟ ਆਊਟ ਕਰ ਸਕਦੇ ਹੋ। ਤੁਸੀਂ ਗੱਲ ਕੀਤੀ ਸੀਗੀ ਬ੍ਰੈਂਪਟਨ ਨੇ ਉਸ ਵਕਤ ਸਿਲੈਕਟ ਕੀਤਾ ਸੀ ਵੀ ਅਸੀਂ ਆਪਟ ਇਨ ਕਰਨਾ ਹੈ ਜੀ, ਐਂਡ ਦਿਸ ਇਜ਼ 2018 2019 ਦੀ ਗੱਲ ਹੈ, ਇਹ ਵੀ ਅੱਜ ਦੀ ਗੱਲ ਨਹੀਂ ਹੈ ਜੀ। ਮਿਸਿਸਾਗਾ ਨੇ ਕਿਹਾ ਸੀ ਜੀ ਵੀ ਆਰ ਨਾਟ ਪ੍ਰੀਪੇਅਰਡ ਐਂਡ ਵੀ ਡੋਨਟ ਵਾਂਟ ਟੂ ਆਪਟ ਇਨ, ਸੋ ਦੈਟਸ ਵਾਈ ਤੁਸੀਂ ਦੇਖਦੇ ਹੋ ਕਿ ਮਿਸਿਸਾਗਾ ਦੇ ਵਿੱਚ ਕੈਨੇਬਸ ਸਟੋਰ ਨਹੀਂ ਹੈਗੇ, ਨਾ ਹੀ ਹੋਣਗੇ ਜੀ। ਬ੍ਰੈਂਪਟਨ ਦੇ ਵਿੱਚ ਕਿਉਂਕਿ ਉਹਨਾਂ ਨੇ ਆਪਟ ਇਨ ਕੀਤਾ ਸੀਗਾ, ਸੋ ਉੱਥੇ 4 ਸਟੋਰ ਖੁੱਲ ਰਹੇ ਨੇ। ਪਰ ਇਹ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ, ਐਂਡ ਆਈ ਅਪੋਲੋਜਾਈਜ਼ ਟੂ ਸੇ ਦਿਸ, ਇਹ ਅੱਜ ਨਹੀਂ ਮੀਟਿੰਗ ਹੋਣੀ ਚਾਹੀਦੀ ਸੀ, 2018-19 ਵਿੱਚ ਹੋਣੀ ਚਾਹੀਦੀ ਸੀਗੀ। ਬਿਲਕੁਲ, ਜੇ ਤੁਹਾਨੂੰ 2018-19 ਚ ਚਲੋ ਮੰਨ ਲਓ ਤੁਸੀਂ ਉਸ ਵਕਤ ਤੁਹਾਨੂੰ ਪਤਾ ਲੱਗਿਆ ਕਿ ਵੀ ਲੇਟ ਹੋ ਗਏ ਹੈਗੇ ਆ ਜੀ, ਉਹਨਾਂ ਨੇ ਆਪਟ ਇਨ ਕਰ ਦਿੱਤਾ, ਫਿਰ ਉਸ ਵਕਤ ਸਾਨੂੰ ਐਕਟ ਕਰਨਾ ਚਾਹੀਦਾ ਸੀਗਾ, ਕੰਟੀਨਿਊਸਲੀ ਐਕਟ ਕਰਨਾ ਚਾਹੀਦਾ ਸੀ ਵੀ ਤੁਸੀਂ ਆਪਟ ਇਨ ਕਹਿਤਾ ਪਰ ਖੋਲਣਾ ਨਹੀਂ ਹੈ। ਹੁਣ ਜਦ ਤੱਕ ਸਟੋਰ ਖੁੱਲਣਾ ਨਹੀਂ, ਯੂ ਹੈਵ ਟੂ ਅੰਡਰਸਟੈਂਡ ਵਿਚ ਆਪਟ ਇਨ ਡੇ ਤੋਂ ਲੈ ਕੇ ਹੁਣ ਤੱਕ ਉਹ ਸਟੋਰ ਵਾਲੇ ਨੇ ਸਟੋਰ ਲੱਭਿਆ, ਉਹਨੂੰ ਕੰਟਰੈਕਟ ਮਿਲਿਆ, ਉਹਨੇ ਉਸ ਤੋਂ ਬਾਅਦ ਅਪਲਾਈ ਕੀਤਾ, ਫਿਰ ਉਹਨੇ ਰੈਨੋਵੇਸ਼ਨ ਕੀਤੀ ਜੀ, ਅੱਜ ਸਾਈਨ ਲੱਗਿਆ, ਅੱਜ ਬੋਰਡ ਟੰਗੇ ਗਏ ਆ ਉੱਥੇ, ਹਾਂ ਅੱਜ ਸਾਈਨ ਲੱਗਿਆ, ਪਰ ਸਾਈਨ ਲੱਗਣ ਤੋਂ ਪਹਿਲਾਂ ਕੋਈ ਸਾਲ 1.5 ਸਾਲ ਸਾਡੇ ਕੋਲ ਸੀਗਾ। ਸੋ ਕਿਤੇ ਨਾ ਕਿਤੇ ਮੈਂ ਜ਼ਰੂਰ ਕਹਾਂਗਾ ਕਿ ਕਮਿਊਨਿਟੀ ਨੂੰ ਅਗਰ ਕੋਈ ਵੀ ਇਸ਼ੂ ਹੁੰਦਾ ਹੈਗਾ, ਵੀ ਨੀਡ ਟੂ ਕੰਟੀਨਿਊਸਲੀ ਵਰਕ ਔਨ ਇਟ, ਇਹ ਨਹੀਂ ਕਿ ਸ਼ੁਰੂ ਕੀਤਾ ਫਿਰ ਬੰਦ ਕਰ ਦਿੱਤਾ। ਦੂਜਾ ਕੁਐਸਚਨ ਤੁਸੀਂ ਗੱਲ ਮੈਂ ਆਪਣਾ ਪਰਸਨਲ ਓਪੀਨੀਅਨ ਸਿਰਫ ਮੈਂ ਆਪਣਾ ਦੇਣਾ, ਐਂਡ ਇਟਸ ਨਾਟ ਐਜ਼ ਐਨ ਐਮਪੀ ਹੇਅਰ ਐਜ਼ ਅ ਦੀਪਕ ਆਨੰਦ। ਤੁਸੀਂ ਕਿਹਾ ਕਿ ਬਿਜ਼ਨਸ ਦੇ ਵਾਸਤੇ ਹੋ ਸਕਦਾ ਜ਼ਰੂਰੀ ਹੋਵੇ, ਨਹੀਂ ਜੀ ਮੈਨੂੰ ਤਾਂ ਨਹੀਂ ਯਕੀਨ ਹੈਗਾ ਕਿ ਬਿਜ਼ਨਸ ਵਾਸਤੇ ਜ਼ਰੂਰੀ ਹੈ। there are many ways to raise money, there are many ways to generate revenue। ਤੁਸੀਂ ਆਪਣੇ ਇਨਕਲੂਸ਼ਨਰੀ ਜ਼ੋਨਿੰਗ ਕਰ ਸਕਦੇ ਹੈਗੇ ਹੋ, ਤੁਸੀਂ ਇੰਡਸਟਰੀਜ਼ ਨੂੰ ਲਿਆ ਸਕਦੇ ਹੋ, ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ, ਤੁਸੀਂ ਇੱਥੇ ਤਰੀਕਾ ਇਹੋ ਜਿਹਾ ਕਰ ਦਿਓ ਕਿ ਵੀ ਇੰਡਸਟਰੀ ਗਰੋ ਕਰੇ। ਅੱਜ ਦੇ ਦਿਨ ਮਿਸਿਸਾਗਾ ਦੀ ਸਭ ਤੋਂ ਵੱਡੀ ਕਮੀ ਕੀ ਹੈਗੀ, ਸਾਡੇ ਕੋਲ ਸਿਰਫ 1500 ਏਕੜ ਜ਼ਮੀਨ ਹੈਗੀ ਹੈ, 1500, ਔਰ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਹੋਟਲ ਦੇ ਵਿੱਚ ਜ਼ੋਨ ਹੈਗੀ ਹੈ, ਰੈਸਟੋਰੈਂਟ ਵਿੱਚ ਜ਼ੋਨ ਹੈਗੀ ਹੈ, ਆਪਣੀ ਜਿਹੜੀ ਆਟੋਮੋਟਿਵ ਡੀਲਰਸ਼ਿਪ ਜ਼ੋਨ ਹੈਗੀ ਹੈ। ਸੋ ਇੰਡਸਟਰੀ ਵਾਸਤੇ ਸਾਡੇ ਕੋਲ ਲੈਂਡ ਹੈ ਨਹੀਂ। ਬ੍ਰੈਂਪਟਨ ਦੀ ਗੱਲ ਕਰੋ ਤਾਂ ਬ੍ਰੈਂਪਟਨ ਕੋਲ ਤਾਂ ਬਹੁਤ ਲੈਂਡ ਪਈ ਹੈ। ਅੱਜ ਦੇ ਦਿਨ ਬ੍ਰੈਂਪਟਨ ਇਸ ਸੁਖਾਵੇਂ ਮਾਹੌਲ 'ਚ ਹੈ, ਇਫ ਦੇ ਵਾਂਟ ਟੂ ਇਨਵੈਸਟ ਐਂਡ ਦੇ ਵਾਂਟ ਟੂ ਗਰੋ ਇੰਡਸਟਰੀ, ਇਹਨਾਂ ਕੋਲ ਤਾਂ ਲੈਂਡ ਹੈ ਨਹੀਂ ਪਈ ਹੈ। ਸੋ ਅਗੇਨ ਆਈ ਪਰਸਨਲੀ ਥਿੰਕ ਫਿਰ ਮਾਫ ਕਰਨਾ, ਫਿਰ ਕਮੀ ਕਿੱਥੇ ਰਹਿ ਜਾਂਦੀ ਹੈ? ਵੀ ਉਹ ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਹੈ ਵੀ ਦੁੱਧ ਵੀ ਚੰਗਾ ਭਲਾ ਸੀ, ਵਧੀਆ ਸੀ, ਔਰ ਭਾਂਡਾ ਵੀ ਸਾਫ ਸੁਥਰਾ ਸੀ, ਜਾਗ ਵੀ ਠੀਕ ਸੀ, ਫਿਰ ਗੜਬੜ ਕਿੱਥੇ ਹੋ ਗਈ ਟਾਈਮਿੰਗ ਦੇ ਵਿੱਚ? ਤੁਸੀਂ ਜਦ ਜਾਗ ਲਾਇਆ ਨਾ, ਉਦੋਂ ਠੰਡ ਪੈ ਰਹੀ ਸੀਗੀ ਜੀ, ਤੇ ਉਹ ਜਾਗ ਜਦ ਲਾਇਆ ਤੇ ਤੁਸੀਂ ਉਹ, ਕਿਉਂਕਿ ਤੁਹਾਨੂੰ ਪਤਾ ਜਾਗ ਨੂੰ ਦਹੀਂ ਬਣਨ ਵਿੱਚ ਗਰਮੀ ਵੀ ਚਾਹੀਦੀ ਹੁੰਦੀ ਹੈ, ਥੋੜਾ ਚੰਗਾ ਜਿਹਾ ਮਾਹੌਲ ਚਾਹੀਦਾ ਹੁੰਦਾ। ਸੋ ਆਈ ਡੋਨਟ ਨੋ, ਆਈ ਥਿੰਕ ਦ ਬੈਸਟ ਆਨਸਰ ਆਈ ਕੈਨ ਗਿਵ ਇਜ਼ ਕਿ ਅੱਜ ਜਿਹੜੀ ਮੀਟਿੰਗ ਹੋ ਰਹੀ ਉਹ ਅੱਜ ਵੀ ਚੰਗੀ ਗੱਲ ਹੈ, ਚਲੋ ਦੇਰ ਆਏ ਦੁਰਸਤ ਹੈ ਜੀ, ਪਰ ਇਹ ਮੀਟਿੰਗ 1.5 ਸਾਲ ਪਹਿਲਾਂ ਵੀ ਹੋਣੀ ਚਾਹੀਦੀ ਸੀ, ਕੰਟੀਨਿਊਸਲੀ ਹੋਣੀ ਚਾਹੀਦੀ ਸੀਗੀ। ਦੂਜੀ ਗੱਲ ਮੈਂ ਜ਼ਰੂਰ ਕਹਾਂ, ਆਈ ਥਿੰਕ ਇਟ ਇਜ਼ ਬਿਟ ਟੂ ਲੇਟ, ਯੂ ਹੈਵ ਟੂ ਥਿੰਕ ਅਬਾਊਟ ਦੋਜ਼ ਬਿਜ਼ਨੈਸਸ ਹੂ ਹੈਵ ਇਨਵੈਸਟਡ ਸੋ ਮਚ ਮਨੀ ਆਲਸੋ, ਪਰ ਕਿਤੇ ਨਾ ਕਿਤੇ there has to be a balance, maybe
rather than saying कि fully close कर दो क्योंकि it is already too late, ask them to move it to a location which is less disputed, and I think that is what they're asking is कि जिथे LCBO हैगा मेरी उत्थे ले जाओ, पर उत्थे ये इशू आ जाता है कि ਜਿਹੜੀ ਵਿਚਾਰੇ ਜਿਸ ਦੀ ਦੁਕਾਨ ਹੈਗੀ ਜਿਹਨੂੰ ਕਿਰਾਇਆ ਮਿਲਣਾ ਸੀਗਾ ਬਹੁਤ ਵਧੀਆ, ਉਹਦਾ ਤਾਂ ਕਿਰਾਇਆ ਮਾਰ ਜਾਏਗਾ, ਸੋ ਥਿੰਕ ਇਟ ਐਟ ਦੈਟ, ਉਹਦਾ ਬਿਜ਼ਨਸ ਤਾਂ ਠੱਪ ਹੋ ਜਾਏਗਾ। ਸੋ ਅਗੇਨ ਸਮਰਾਈਜ਼ ਕਰੀਏ, मैं हर चीज़ समराइज भी करना पसंद करता, प्लीज़ कोई भी इशू नहीं रहेगा, उन कॉन्टीन्यूसली इकट्ठियाँ मिलकर संघर्ष करना जरूरी इस करके हैगा, क्योंकि एट द एंड ऑफ द डे इलेक्टेड ऑफिशियल कितों बाहर नहीं आए, ਤੁਹਾਡੇ ਚੋਂ ਹੀ ਚੁਣੇ ਗਏ ਜੀ। ਔਰ ਆਟੋ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਆਪਾਂ, ਆਟੋ ਇੰਸ਼ੋਰੈਂਸ ਦਾ ਮੁੱਦਾ ਬੜਾ ਗੰਭੀਰ ਹੈ, ਔਰ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਕੋਲੇ ਜਿਹੜੇ ਆਫੀਸ਼ੀਅਲਸ ਆਏ ਔਰ ਉਹਨਾਂ ਨੂੰ ਨਿਰੰਤਰ ਇਹ ਸਵਾਲ ਪੁੱਛਿਆ ਜਾਂਦਾ ਕਿ ਵੀ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਆਈਆਂ ਗਈਆਂ, ਮਤਲਬ ਮੈਂ ਕਿਸੇ ਦੀ ਕੋਈ ਇੱਕ ਨਾਮ ਨਹੀਂ ਲੈ ਰਿਹਾ, ਬਹੁਤ ਸਾਰੀਆਂ ਸਰਕਾਰਾਂ ਆਉਂਦੀਆਂ, ਚਾਹੇ ਉਹ ਜਿਹੜੀ ਹੈ ਟਰੂਡੋ ਹੋਣਾ ਦੀ ਹੋਵੇ ਜਾਂ ਤੁਹਾਡੀ ਹੋਵੇ, ਕੋਈ ਵੀ ਹੋ ਸਕਦਾ, ਲੇਕਿਨ ਆਟੋ ਇੰਸ਼ੋਰੈਂਸ ਦਾ ਜਿਹੜਾ ਮੁੱਦਾ ਹੈ ਇੱਕ ਚਿੱਟੇ ਹਾਥੀ ਦਾ ਰੂਪ ਧਾਰਨ ਕਰਕੇ ਖੜਾ ਹੋ ਗਿਆ, ਔਰ ਜਿਹਨੂੰ ਇਹ ਕਹਿ ਲਓ ਕਿ ਵੀ ਕੋਈ ਹਿਲਾ ਨਹੀਂ ਸਕਿਆ। ਇਹ ਬਹੁਤ ਵੱਡੀ ਔਰ ਜਟਿਲ ਪ੍ਰੋਬਲਮ ਬਣੀ ਹੋਈ ਹੈ, ਇਹਨੂੰ ਕਿਵੇਂ ਹੱਲ ਕੀਤਾ ਜਾਏਗਾ ਦੀਪਕ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਦੇਖੋ ਜੀ, ਜਗਮੀਤ ਸਿੰਘ ਆਇਆ ਸੀ, ਉਹਨਾਂ ਨੇ 15% ਕਿਹਾ ਸੀਗਾ, ਤੁਹਾਨੂੰ ਯਾਦ ਹੋਏਗਾ ਜੀ? ਬਿਲਕੁਲ ਯਾਦ ਹੈ। ਤੇ ਗੁਰਰਤਨ ਵੀ ਕਹਿ ਰਹੇ ਨੇ ਕੁਝ ਕਰਨਗੇ ਜੀ, ਪਰਮ ਵੀ ਲੈ ਕੇ ਆਏ ਨੇ, ਪਰਮ ਵੀ ਇੱਕ ਬਿੱਲ ਲੈ ਕੇ ਆਏ ਨੇ ਜਿਹਦੇ ਵਿੱਚ ਉਹ ਉਹਨਾਂ ਨੇ ਕਿਹਾ ਹੈਗਾ ਕਿ ਕੰਮ ਕਰ ਰਹੇ ਪੋਸਟਲ ਕੋਡ ਰਿਮੂਵ ਹੋਏਗਾ ਜੀ। ਆਮ ਤੌਰ ਤੇ ਜ਼ਰੂਰ ਲੋਕੀ ਸਾਨੂੰ ਜਦ ਮੀਡੀਆ ਤੇ ਗੱਲਾਂ ਹੁੰਦੀਆਂ ਨੇ, ਕੁਐਸਚਨ ਪੁੱਛਦੇ, ਤੁਸੀਂ ਫੋਨ ਆਨ ਕਰੋ ਤੇ ਪੁੱਛੋ ਇੰਸ਼ੋਰੈਂਸ ਬਾਰੇ ਕੀ ਕਹਿੰਦੇ, ਤੇ ਪਹਿਲੀ ਲਾਈਨ ਇਹ ਸੁਣਨ ਚ ਮਿਲਦੀ ਹੈਗੀ ਹੈ ਕਿ ਜੀ ਇਹਨਾਂ ਦੀ ਬਹੁਤ ਵੱਡੀ ਲੌਬੀ ਹੈ, ਸਰਕਾਰਾਂ ਇਹਨਾਂ ਤੋਂ ਬਹੁਤ ਚੰਗਾ ਇਕੱਠਾ ਕਰਦੀਆਂ ਨੇ, ਇਸ ਕਰਕੇ ਕੁਝ ਨਹੀਂ ਕਰਦੀਆਂ। ਸੋ ਆਈ ਵਾਂਟ ਟੂ ਸ਼ੋ ਜੀ ਕਿ ਸਾਡੀ ਰਾਈਡਿੰਗ ਐਸੋਸੀਏਸ਼ਨ ਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਹੈਗਾ। ਸੋ ਇਟਸ ਨਾਟ ਬਿਕਾਜ਼ ਆਫ ਦਿਸ, it is definitely a tough issue, it is a very complicated, ਕਿਉਂਕਿ ਸਰਕਾਰ ਦਾ ਇੱਕ ਕੰਮ ਇਹ ਵੀ ਹੁੰਦਾ ਹੈਗਾ ਕਿ ਜਿਹੜੀ ਸਾਡਾ ਕੰਮ ਇਹ ਹੁੰਦਾ ਹੈ ਕਿ ਅਸੀਂ ਰੂਲ ਇਸ ਤਰ੍ਹਾਂ ਦੀ ਨਹੀਂ ਬਣਾ ਸਕਦੇ ਕਿ ਕਿਸੇ ਵੀ ਪਾਸੇ ਵਾਸਤੇ ਉਹ ਖਰਾਬ ਹੋਣ। ਫॉर ਐਗਜ਼ਾਮਪਲ ਮੈਂ ਤੁਹਾਨੂੰ ਗੱਲ ਦੱਸਦਾ ਹੈਗਾ, ਸਾਡੇ ਕੋਲ ਐਗਰੀਗੇਟ ਜਿਹੜੀ ਹੈਗੀ ਹੈ ਓਏਟਾ, ਉਹਨਾਂ ਦੇ ਮੈਂਬਰਸ ਆਏ ਸੀਗੇ ਜੀ, ਉਹਨਾਂ ਨੂੰ ਅਸੀਂ ਬਕਾਇਦਾ ਇੰਸ਼ੋਰੈਂਸ ਕੰਪਨੀ ਦੇ ਰੈਪਰੈਜ਼ੈਂਟੇਟਿਵਸ ਨੂੰ, ਐਸੋਸੀਏਸ਼ਨ ਦੇ ਰੈਪਰੈਜ਼ੈਂਟੇਟਿਵ ਨੂੰ ਇਕੱਠਿਆਂ ਬਿਠਾਇਆ ਜੀ, ਵੀ ਹੈਡ ਅ ਫਾਰਮਲ ਡਿਸਕਸ਼ਨ ਅਬਾਊਟ ਇਟ। ਉਹ ਉਹਨਾਂ ਨੇ ਆਪਣੀਆਂ ਮਜਬੂਰੀਆਂ ਦੱਸੀਆਂ, ਉਹ ਕਹਿੰਦੇ ਜੀ ਆਹ ਦੇਖੋ ਆਹ ਪੇਪਰ ਹੈ, ਅਸੀਂ ਸਾਡੀ ਕਾਸਟ ਦਿਸ ਇਜ਼ ਆਰ ਕਾਸਟ, ਐਂਡ ਅਗਰ ਕੋਈ ਵੀ ਅਸੀਂ ਇੰਸ਼ੋਰੈਂਸ ਕੰਪਨੀ ਹੈਗੇ ਆ, ਸਾਡੇ ਕੋਲ ਦੋ ਚੋਇਸਸ ਨੇ, ਜੇ ਸਾਡਾ ਖਰਚਾ $100 ਹੈਗਾ ਔਰ ਅਸੀਂ ਫਿਰ 98 ਕਰਦੇ ਹਾਂ ਜੀ, ਤੇ ਅਸੀਂ ਸਰਵਾਈਵ ਨਹੀਂ ਕਰ ਸਕਦੇ। ਠੀਕ ਹੈ, ਠੀਕ ਹੈ, ਤੇ ਜੇ ਅਸੀਂ ਸਰਵਾਈਵ ਨਹੀਂ ਕਰਾਂਗੇ ਤੇ ਦੈਟ ਮੀਨਸ देयर इज नो इंश्योरेंस। ਪਰ ਕੱਲੇ ਓਨਟਾਰੀਓ ਚ ਹੀ ਕਿਉਂ, ਬਾਕੀ ਜਗ੍ਹਾ ਬਹੁਤ ਸਾਰਾ ਸਰਵਾਈਵ ਹੋ ਰਿਹਾ ਹੈ। So again, as I said, it is a very complicated issue. It is definitely a complicated, it is definitely need to be worked on this issue। ਔਰ ਜੇ ਸਪੌਟ ਦੀ ਗੱਲ ਕਰੀਏ ਨਾ, ਸਪੌਟ ਦੇ ਵਿੱਚ ਅਸੀਂ ਸਾਡੇ ਮਿਸੀਸਾਗਾ ਔਰ ਬਰੈਂਪਟਨ ਨੂੰ ਮੰਨਿਆ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਇੱਕ ਬ੍ਰੈਕਟ ਦੇ ਵਿੱਚ ਬੰਦ ਕਰ ਰਹੇ ਵੀ ਇਹ ਜਿਹੜੇ ਦੋ ਬੰਦੇ ਆ ਨਾ, ਜਾਂ ਦੋ ਇਹ ਸਿਟੀਜ਼ ਹੈ, ਵੀ ਇਹਨਾਂ ਨੂੰ ਤਾਂ ਤੁਸੀਂ ਜਿੰਨਾ ਭਾਰ ਪਾ ਦਿਓ, ਇਹਨਾਂ ਨੇ ਦੱਬੇ ਕੁਚਲੇ ਤਰੀਕੇ ਦੇ ਨਾਲ ਤੁਰੀ ਜਾਣਾ, ਤੇ ਉਹ ਤੁਰ ਵੀ ਰਹੇ ਆ। तो पर साडा हुण फर्ज बनदा कि असीं इस इशू नूं रेज करिए, होर उपर लैके जाइए, ताकि ऑटो इंश्योरेंस ने जिहड़ा लोकां दा कजूमर कढ़िया होया और उस तो जिहड़ा निजात मिल सके 100%। और तुसीं भी मैं कहना भी इहदे उपर होर काम करो। एब्सोल्युटली, एंड अगेन इहदे विच मैं तुहानूं छोटी जी गल दसदा हैगा, कोविड-19 जिवें राती भैन जी ने साडी ने कॉल कीती सी अबाउट इलैक्ट्रिसिटी, उसी तरीके नाल सानूं बहुत सारी कॉल्स आई सी। कोविड च तां कुछ इन्हां नूं रायत दे दिओ। हाँ जी, हाँ बिल्कुल। So ਉਹਦੇ ਵਿੱਚ we did spoke to ਜਿੰਨੇ ਵੀ ਸੀ MPP ਹੈਗੇ ਲੋਕਲ, we all went to the minister Rod Philip and we had a conversation ਜੀ, and ਉਸ ਤੋਂ ਬਾਅਦ ਉਹਨਾਂ ਨੇ ਇੱਕ ਰਾਉਂਡ ਟੇਬਲ ਕੀਤੀ, ਉਹਨਾਂ ਨੇ he reached out to the insurance industry and this is the paper they have given it to us ਕਿ ਉਹ the total relief ਜਿਹੜਾ ਇੰਸ਼ੋਰੈਂਸ ਇੰਡਸਟਰੀ ਨੇ ਦਿੱਤਾ ਹੈ ਡੇਲੀ ਦੇ ਵਿੱਚ $685 million ਦਾ। ਔਰ ਪਹੁੰਚਿਆ ਵੀ ਇਹ ਲੋਕਾਂ ਤੱਕ ਕਿ ਨਹੀਂ? ਬਾਕੀ ਦੇਖੋ ਜੀ, ਮੈਂ ਆਪਣਾ ਸਿਰਫ ਐਗਜ਼ਾਮਪਲ ਦੇ ਸਕਦਾ ਹਾਂ, ਮੇਰਾ ਜ਼ਰੂਰ ਮੇਰੀ ਜਿਹੜੀ ਹੈ ਅਵੀਵਾ ਤੋਂ ਹੈਗੀ ਹੈ ਇੰਸ਼ੋਰੈਂਸ, ਤੇ ਅਵੀਵਾ ਤੋਂ ਮੇਰੀ ਇੰਸ਼ੋਰੈਂਸ ਹੈਗੀ, तो I did got reduction in my rates and it is not because I'm an MPP, it is they don't even know I'm an MPP। so हाँ, कुछ कंपनीज ने चंगा ज़्यादा किया, कुछ ने बहुत चंगा नहीं किया हैगा। सो एक साड़ी रिस्पॉन्सिबिलिटी भी बन जाती है, जिहड़ी कंपनीज ने चंगे सानू बेनिफिट दिते ने जी, असी उन्हां कोल जाइए, क्योंकि एट द एंड ऑफ द डे
the companies who did not work with the clients, जी। they should suffer. ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਦੱਸ ਕੇ ਜਾਓ ਕਿ ਜੇ ਅਸੀਂ ਭਾਵੇਂ ਆਈ ਐਮ ਸੌਰੀ ਟੂ ਸੇ ਦਿਸ ਵੇ ਰਮਨ ਜੀ। ਜੀ, ਜੇ ਤੁਹਾਨੂੰ $1 ਜ਼ਿਆਦਾ ਵੀ ਪੇ ਕਰਨਾ ਪੈਣਾ ਉਸ ਕੰਪਨੀ ਨੂੰ ਜਿਹਨੇ ਚੰਗਾ ਕੰਮ ਕੀਤਾ ਜੀ ਉੱਥੇ ਜਾਓ। ਅਗੇਨ ਇਟਸ ਨਾਟ ਕਿ ਮੈਂ ਕਹਾਂ ਕਿ ਬਹੁਤਾ ਡਿਫਰੈਂਸ ਹੋਵੇ ਤੇ ਜਾਓ, ਅਗਰ $1 ਦਾ ਡਿਫਰੈਂਸ ਜੀ ਜੀ ਬਿਲਕੁਲ ਤਾਂ ਕਿ ਦੱਸ ਕੇ ਜਾਓ ਕਿ ਤੁਹਾਡੀ ਕੰਪਨੀ ਨੇ ਚੰਗਾ ਕੰਮ ਨਹੀਂ ਕੀਤਾ, ਸਾਨੂੰ ਹੈਲਪ ਨਹੀਂ ਕੀਤੀ, ਸਾਨੂੰ ਸਪੋਰਟ ਨਹੀਂ ਕੀਤੀ। ਵੀ ਵਾਂਟ ਟੂ ਅਵਾਰਡ ਦੋਜ਼ ਹੂ ਡਿਡ ਬੈਡ। ਬਿਲਕੁਲ ਠੀਕ ਹੈ। ਸੋ ਇੱਕ ਮੈਨੂੰ ਆਪਣੇ ਕੋਲੇ ਮਿੰਟ 5 ਬਾਕੀ ਬਚੇ ਆ, ਮੈਂ 2-3 ਹੋਰ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਚਾਹੁੰਦਾ, ਹੋਰ ਪੁਆਇੰਟ ਜਿਹੜੇ ਉਜਾਗਰ ਕਰਨਾ ਚਾਹੁੰਦਾ। ਇੱਕ ਤਾਂ ਵੀ ਸਕੈਂਡਲ ਨੂੰ ਲੈ ਕੇ ਬੜਾ ਮਸਲਾ ਉਲਝਿਆ ਹੋਇਆ, ਮੈਂ ਕਿਉਂਕਿ ਟਾਈਮ ਥੋੜਾ ਸੰਖੇਪ 'ਚ ਜਾਣਨਾ ਚਾਹੂੰਗਾ ਕਿਉਂਕਿ ਮੈਨੂੰ ਇਹ ਵੀ ਪਤਾ ਕਿ ਇਹ ਪ੍ਰੋਵਿੰਸ਼ੀਅਲ ਨਹੀਂ ਹੈ, ਫੈਡਰਲ ਇਸ਼ੂ ਹੈ। ਔਰ ਤੁਹਾਡੀ ਸਰਕਾਰ ਜਿਹੜੀ ਹੈ ਉਹ ਕੀ ਸੋਚ ਰਹੀ ਹੈ ਇਸ ਟਾਈਮ ਵੀ ਸਕੈਂਡਲ ਨੂੰ ਲੈ ਕੇ? ਦੇਖੋ ਵੀ ਸਕੈਂਡਲ ਦੇ ਵਿੱਚ ਆਪ ਜਿਵੇਂ ਕਿ ਆਪਾਂ ਨੂੰ ਪਤਾ ਆਲਰੇਡੀ ਇੰਟੈਗ੍ਰਿਟੀ ਕਮਿਸ਼ਨ ਦੀ ਚੱਲ ਰਹੀ ਕਾਰਵਾਈ, ਸੋ ਉਹ ਦੇ ਵਿਲ ਗੈਟ ਟੂ ਦ ਬਾਟਮ। ਇਹਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਕਮੀ ਜ਼ਰੂਰ ਰਹਿ ਉਹ ਇਹ ਰਹਿ ਗਈ ਕਿ ਉਹ ਪ੍ਰੋਟੋਕੋਲਸ ਪ੍ਰੋਪਰਲੀ ਫੋਲੋ ਨਹੀਂ ਕੀਤੇ ਗਏ। ਜੀ ਜਦ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਸਾਨੂੰ ਪਤਾ ਸੀਗਾ ਕਿ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਇਨਵੋਲਵ ਸੀਗੀ, ਜੀ ਉਹ ਡਿਸਕਲੋਜ਼ ਹੋਣਾ ਚਾਹੀਦਾ। ਸਾਡੇ ਫਾਈਨੈਂਸ ਮਿਨਿਸਟਰ ਦੀ ਫੈਮਿਲੀ ਇਨਵੋਲਵ ਸੀ, ਉਹਨਾਂ ਨੂੰ ਡਿਸਕਲੋਜ਼ ਕਰਨਾ ਚਾਹੀਦਾ ਸੀਗਾ। ਸੋ I think the lesson learned from this mistake, I would call it, ਉਹਨਾਂ ਤੋਂ ਗਲਤੀ ਹੋਈ ਹੈਗੀ ਹੈ। ਔਰ ਉਹ ਗਲਤੀ ਦਾ ਇਹ ਹੈਗਾ ਕਿ ਪ੍ਰੋਟੋਕੋਲਸ ਕਾਰਨ ਨਾਲ ਹੁੰਦੇ ਨੇ। ਇਹ ਜਿਹੜੇ ਪ੍ਰੋਟੋਕੋਲ ਬਣੇ ਹੋਏ ਨੇ, ਇੱਕ ਡਿਸਪਲਿਨ ਪ੍ਰੋਸੈਸ ਬਣਿਆ ਹੋਇਆ ਹੈ, ਅਨੁਸ਼ਾਸਨ 'ਚ ਰਿਹਾ ਜਾਵੇ। ਔਰ ਮਾਫ ਕਰਨਾ ਮੈਂ ਬਿਲਕੁਲ ਸ਼ਾਰਟ ਪੁੱਛ ਰਿਹਾ ਵੀ ਤੁਹਾਡੀ ਸਰਕਾਰ ਜਾਂ ਤੁਹਾਡਾ ਓਪੀਨੀਅਨ ਜਾਂ ਕਿਉਂਕਿ ਤੁਹਾਡੀਆਂ ਕਾਕਸ ਦੀਆਂ ਮੀਟਿੰਗਸ ਵੀ ਹੁੰਦੀਆਂ, ਬਹੁਤ ਕੁਝ ਚੱਲਦਾ, ਲੇਕਿਨ ਹੁਣ ਇਸ ਸਮੇਂ ਵੀ ਸਕੈਂਡਲ ਨੂੰ ਲੈ ਕੇ ਤਾਂ ਤੁਹਾਡੀ ਗਵਰਨਮੈਂਟ ਕੀ ਸੋਚ ਰਹੀ ਹੈ? ਦੇਖੋ ਸਾਡੀ ਗਵਰਨਮੈਂਟ ਇਹ ਸੋਚ ਰਹੀ ਹੈਗੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ। ਅੱਛਾ, ਪਹਿਲੀ ਗੱਲ ਹੈਗੀ ਹੈ। ਔਰ ਦੂਸਰੀ ਗੱਲ ਦੇਖੋ ਆਪਣੀ ਆਫਲਾਈਨ ਵੀ ਪਹਿਲਾਂ ਗੱਲ ਹੋਈ ਸੀ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਬੰਦੇ ਨੇ ਸਾਡੇ ਲਈ ਤੇ ਪਰਫੈਕਟ ਮੌਕਾ ਹੈਗਾ ਕਿ ਪਿਕਚਰ ਸੁੱਟੀਏ ਫਟਾਫਟ, ਪਰ ਨਹੀਂ, ਦੇਖੋ ਗਲਤੀਆਂ ਹੁੰਦੀਆਂ ਨੇ, ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਲੀਵ ਇਟ ਟੂ ਦ ਇੰਟੈਗ੍ਰਿਟੀ ਕਮਿਸ਼ਨ, ਲੀਵ ਇਟ ਟੂ ਦ ਕਮਿਸ਼ਨ ਹੂ ਇਜ਼ ਐਕਚੁਅਲੀ ਡੂਇੰਗ ਇਟ ਟੂ ਗੈਟ ਟੂ ਦ ਬਾਟਮ। ਔਰ ਜੋ ਵੀ ਗਲਤੀ ਹੋਈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਔਰ ਜੋ ਫੈਸਲਾ ਆਏਗਾ ਉਸ ਨੂੰ ਮਨਜ਼ੂਰ ਕੀਤਾ ਜਾਵੇ। ਮੇਰੇ ਸਾਹਮਣੇ ਚਲੋ ਇੱਕ ਹੋਰ ਜਿਹੜਾ ਸਵਾਲ ਹੈ ਉਹ ਮੈਂ ਮਾਫ ਕਰਨਾ ਤੁਹਾਡਾ ਸਮਾਂ ਵੀ ਜ਼ਿਆਦਾ ਜ਼ਾਇਆ ਕਰ ਰਿਹਾ, ਲੇਕਿਨ ਇੱਕ ਸਾਡੇ ਪ੍ਰੋਵਿੰਸ ਦੇ ਵਿੱਚ ਖਾਸ ਕਰਕੇ ਮੈਂ GTA ਵਾਈਡ ਗੱਲ ਕਰਾਂ, ਬੜਾ ਕ੍ਰਾਈਮ ਵੱਧਦਾ ਜਾ ਰਿਹਾ ਔਰ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਹੋਈਆਂ, ਕ੍ਰਾਈਮ ਦੀਆਂ ਵਾਰਦਾਤਾਂ ਹੋਈਆਂ, ਆਏ ਦਿਨ ਐਕਸੀਡੈਂਟ ਹੋਣੇ ਔਰ ਬਹੁਤ ਕੁਝ ਚੱਲ ਰਿਹਾ। ਲੇਕਿਨ ਇਹਦੇ ਬਾਰੇ ਸੰਖੇਪ ਦੇ ਵਿੱਚ ਤੁਸੀਂ ਕੋਈ ਮੈਸੇਜ ਵੀ ਦੇ ਦਿਓ ਨਾਲ ਦੀ ਨਾਲ ਮੈਨੂੰ ਵੀ ਕਲੈਰੀਫਾਈ ਕਰ ਦਿਓ ਵੀ ਇਹ ਕੀ ਚੱਲ ਰਿਹਾ ਔਰ ਕਿੱਥੇ ਕਿ ਜਾ ਕੇ ਠੱਲ ਪਏਗੀ ਇਸ ਨੂੰ। ਦੇਖੋ ਕ੍ਰਾਈਮ ਦੀ ਗੱਲ ਕਰੀਏ, ਪ੍ਰੋਡਕਟਲੀ ਆਪਾਂ ਪਿੱਛੇ ਕੁਝ ਦਿਨਾਂ 'ਚ ਜ਼ਰੂਰ ਦੇਖਿਆ ਹੈਗਾ, ਉਹਦੇ ਵਿੱਚ ਕੁਝ ਨਾ ਕੁਝ ਕੋਵਿਡ ਦਾ ਵੀ ਹਿੱਸਾ ਹੁੰਦਾ ਹੈਗਾ, ਮੈਂਟਲ ਪ੍ਰੈਸ਼ਰ ਹੁੰਦਾ ਹੈਗਾ। ਉਸ ਤੋਂ ਇਲਾਵਾ ਜਿਹੜੀ ਤੁਸੀਂ ਪਾਪੂਲੇਸ਼ਨ ਦੀ ਗੱਲ ਕੀਤੀ ਹੈਗੀ ਹੈ, ਉਹਦਾ ਵੀ ਫਰਕ ਪੈਂਦਾ ਹੈਗਾ। ਸੋ ਐਵਰੀਥਿੰਗ ਐਡਸ ਅਪ। ਰਿਸਪੌਂਸਿਬਿਲਿਟੀਜ਼ ਐਟ ਦੀ ਐਂਡ ਆਫ ਦ ਡੇ ਇਜ਼ ਆਲ ਆਫ ਅਸ। ਸਾਡੀ ਸਾਰੀ ਰਿਸਪੌਂਸਿਬਿਲਿਟੀ ਹੈ ਐਜ਼ ਰੈਜ਼ੀਡੈਂਟ, ਐਜ਼ ਇਲੈਕਟਡ ਆਫੀਸ਼ੀਅਲਸ ਆਲਸੋ। ਗਵਰਨਮੈਂਟ ਹੈਜ਼ ਇਨਵੈਸਟਡ $25 million ਐਕਸਟਰਾ ਜਿਹੜੀ ਹੈਗੀ ਹੈ ਪੀਲ ਪੁਲਿਸ ਦੇ ਵਿੱਚ, ਉਹਦੇ ਤੋਂ ਲੈ ਕੇ ਜਾਂ ਆਫੀਸਰ ਐਡ ਕੀਤੇ ਗਏ ਨੇ। ਕੀ ਆਫੀਸਰ ਐਡ ਕਰਨਾ ਐਕਚੁਅਲੀ ਸੋਲੂਸ਼ਨ ਨਹੀਂ। ਤੁਸੀਂ ਦੱਸੋ ਕਿ ਜ਼ਿਆਦਾ ਆਫੀਸਰ, ਜ਼ਿਆਦਾ ਪੁਲਿਸ ਵਾਲੇ ਹੋ ਜਾਣ ਉਹਦੇ ਨਾਲ ਕ੍ਰਾਈਮ ਨਹੀਂ ਘਟਦਾ। ਕ੍ਰਾਈਮ ਘਟਦਾ ਜਿੰਨੇ ਘੱਟ ਕ੍ਰਾਈਮ ਕਰਨ ਵਾਲੇ ਹੋਣ। ਬਿਲਕੁਲ ਠੀਕ ਹੈ। ਸੋ ਗਨ ਐਂਡ ਗੈਂਗਸ ਦੀ ਗੱਲ ਕਰੀਏ, ਜਿੰਨੀਆਂ ਗਨਸ ਘੱਟ ਹੋਣਗੀਆਂ ਉਹਨਾਂ ਕ੍ਰਾਈਮ ਘਟੇਗਾ। ਜਿੰਨਾ ਬੱਚਿਆਂ ਨੂੰ ਅਸੀਂ ਚੰਗੇ ਕੰਮਾਂ 'ਚ ਲਾਵਾਂਗੇ। ਸੋ ਮੈਂ ਇਹੀ ਕਹਾਂਗਾ ਕਿ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਹਾਂ ਕਿ ਰੋਟੀ ਖਾਣੀ ਜ਼ਰੂਰੀ ਹੈਗੀ ਹੈ, ਜਿਵੇਂ ਸੋਣਾ ਜ਼ਰੂਰੀ ਹੈਗਾ, ਉਸੇ ਤਰੀਕੇ ਨਾਲ ਬੱਚਿਆਂ ਨਾਲ ਟਾਈਮ ਲਾਉਣਾ ਬਹੁਤ ਜ਼ਰੂਰੀ ਹੈਗਾ। ਸੋ ਅਸੀਂ ਵੀ ਸ਼ੁੱਡ ਸਪੈਂਡ ਮੋਰ ਐਂਡ ਮੋਰ ਟਾਈਮ ਵਿਦ ਆਵਰ ਕਿਡਸ। ਅਸੀਂ ਦੇਖੀਏ ਉਹ ਕੋਈ ਗਲਤ ਪਾਸੇ ਤਾਂ ਨਹੀਂ ਚੱਲ ਗਏ, ਉਹ ਬੋਰ ਤਾਂ ਨਹੀਂ ਹੋ ਰਹੇ, ਉਹਨਾਂ ਨੂੰ ਇਨਫ ਰਿਸੋਰਸਿਸ ਮਿਲ ਰਹੇ ਨੇ। ਸੋ ਆਲ ਦੋਜ਼ ਥਿੰਗਸ ਆਰ ਇਕੁਅਲੀ ਇੰਪੋਰਟੈਂਟ ਐਂਡ ਇਕੁਅਲੀ ਰਿਕੁਆਇਰਡ। ਬਹੁਤ ਬਹੁਤ ਸ਼ੁਕਰੀਆ ਦੀਪਕ ਜੀ, ਔਰ ਸਮਾਂ ਵੀ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ ਔਰ ਚਰਮ ਸੀਮਾ ਤੇ ਅਸੀਂ ਪਹੁੰਚੇ ਹੋਏ ਹਾਂ ਔਰ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਸੀਂ ਸਟੂਡੀਓ ਦੇ ਵਿੱਚ ਆ ਕੇ ਬਹੁਮੁੱਲੇ ਵਿਚਾਰ ਹੈ ਔਰ ਜਿਹੜੀ ਅਪਡੇਟ ਹੈ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਔਰ ਮੈਂ ਹੁਣੇ ਅੱਜ ਅਪੀਲ ਕਰਦਾ ਹਾਂ, ਬਿਲਕੁਲ ਮਾਸਕ ਦਾ ਸਾਡਾ ਮਸਲਾ ਬਿਲਕੁਲ ਰਹਿ ਗਿਆ ਜੇ ਕਿਉਂਕਿ ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਲੇਕਿਨ ਆਉਣ ਵਾਲੇ ਦਿਨਾਂ 'ਚ ਅਸੀਂ ਜ਼ਰੂਰ ਇਸ ਵਿੱਚ ਚਰਚਾ ਕਰਾਂਗੇ। ਮੈਂ ਅਪੀਲ ਕਰਦਾ ਕਿ ਫਿਰ ਵੀ ਸਾਨੂੰ ਆਉਣ ਵਾਲੇ ਦਿਨਾਂ 'ਚ ਤੁਸੀਂ ਸਮਾਂ ਦਿਓ ਔਰ ਤਾਂ ਕਿ ਅਸੀਂ ਦਰਸ਼ਕਾਂ ਦੇ ਰੂਬਰ ਤੁਹਾਨੂੰ ਕਰ ਸਕੀਏ। ਬਿਲਕੁਲ ਜੀ। ਔਰ ਅਗੇਨ ਅਸੀਂ ਤੇ ਬਲਕਿ ਤੁਹਾਡੇ ਸ਼ੁਕਰਗੁਜ਼ਾਰ ਹੈਗੇ ਹਾਂ ਕਿ ਅਲਾਉਇੰਗ ਅਸ ਟੂ ਗਿਵ ਐਂਡ ਰੀਚ ਆਊਟ ਟੂ ਦ ਪੀਪਲ। ਬਟ ਅਗਰ ਕੁਝ ਗੱਲ ਹੈ ਜਿਹੜੀ ਦਿਲ 'ਚ ਤੁਹਾਡੇ ਰਹਿ ਗਈ ਔਰ ਅਸੀਂ ਨਹੀਂ ਕਰ ਪਾਏ ਔਰ ਇਹ ਦਰਸ਼ਕ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਉਹ ਤੁਹਾਨੂੰ ਫੋਨ ਕਰਦੇ ਹੋਣ ਪਰ ਅਸੀਂ ਨਹੀਂ ਕਰ ਸੁਣ ਸਕੇ, ਸੋ ਆਈ ਆਲਵੇਜ਼ ਗਿਵ ਮਾਈ ਆਫਿਸ ਨੰਬਰ 9056960367। ਤੁਸੀਂ ਕਾਲ ਕਰ ਸਕਦੇ ਹੈਗੇ ਹੋ। ਅਸੀਂ
ਇਹ ਤਾਂ ਨਹੀਂ ਕਹਿੰਦੇ ਵੀ ਗਾਰੰਟੀ ਨਹੀਂ ਲੈਂਦੇ ਕਿ 100% ਪ੍ਰੋਬਲਮ ਸੋਲਵ ਕਰ ਸਕਦੇ, ਪਰ ਇੱਕ ਚੀਜ਼ ਦੀ 100% ਗਾਰੰਟੀ ਲੈਂਦੇ ਹੈਗੇ ਵਿਲ ਵਰਕ ਵਿਦ ਯੂ, ਜੋ ਵੀ ਹੋ ਸਕਦਾ ਹੈਗਾ ਵਿਲ ਵਰਕ ਟੁਗੇਦਰ ਟੂ ਹੈਲਪ ਈਚ ਅਦਰ। ਜੀ ਸ਼ੁਕਰੀਆ ਦੀਪਕ ਜੀ, ਔਰ ਤੁਹਾਡਾ ਵੀ ਸ਼ੁਕਰੀਆ ਦੋਸਤੋ। ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ। ਨਵੇਂ ਮਹਿਮਾਨਾਂ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ। ਸ਼ਬਾ ਖੈਰ।